जी आयां नूं प्यारे विद्यार्थियों 8th क्लास दी साइंस दी बुक दा चैप्टर नंबर 18 पोल्यूशन ऑफ एयर एंड वाटर अर्थात हवा अते पानी दा प्रदूषण। सो आओ इस चैप्टर दे कीवर्ड्स अते नोट्स करिए। इस चैप्टर नूं दो हिस्सिਆਂ ਵਿੱਚ ਵੰਡਿਆ ਗਿਆ ਹੈ। सो इस वीडियो ਵਿੱਚ ਅਸੀਂ ਕਰਨ ਜਾ ਰਹੇ ਹਾਂ कीवर्ड्स पार्ट 1। सो ਤੁਸੀਂ ਸਾਰੇ ਆਪਣੀ ਨੋਟਬੁੱਕਸ ਲੈ ਲਓ, ਪੈਨ ਲੈ ਲਓ ਤੇ ਸਲਾਈਡਸ ਦੇ ਉੱਤੇ ਜਿਹੜੇ ਤੁਸੀਂ ਨੋਟਸ ਦੇਖੋਗੇ ਬਣੇ ਹੋਏ ਉਹ ਵੀਡੀਓ ਪੌਜ਼ ਕਰਕੇ ਸਾਰਿਆਂ ਨੂੰ ਤੁਸੀਂ ਕਾਪੀ ਡਾਊਨ ਕਰ ਲੈਣਾ ਹੈ ਤੇ ਬਾਅਦ ਚੋਂ ਉਹਨਾਂ ਨੂੰ ਰਿਵਾਈਜ਼ ਕਰ ਲੈਣਾ ਹੈ। ਸੋ ਆਓ ਸ਼ੁਰੂ ਕਰੀਏ। ਏਅਰ ਕੰਸਿਸਟਸ ਆਫ ਅ ਮਿਕਸਚਰ ਆਫ ਗੈਸਿਸ, ਜਿਹਨੂੰ ਅਸੀਂ ਹਵਾ ਕਹਿੰਦੇ ਹਾਂ। ਅਸਲ ਵਿੱਚ ਇਹ ਕਈ ਗੈਸਾਂ ਦਾ ਮਿਸ਼ਰਣ ਹੈ, ਕਾਫੀ ਸਾਰੀ ਗੈਸਾਂ ਨੇ ਇਹ 'ਚ। ਬਾਈ ਵੋਲਿਊਮ about 78% of this mixture is nitrogen। ਸਭ ਤੋਂ ਵੱਡੀ ਮਾਤਰਾ ਵਿੱਚ ਇਹਦੇ ਵਿੱਚ ਨਾਈਟ੍ਰੋਜਨ ਹੈ ਜੋ ਕਿ 78% ਦੀ ਹੈਗੀ ਹੈ। ਐਂਡ ਅਬਾਊਟ 21% is oxygen। ਠੀਕ ਹੈ, ਇਹ ਦੋ ਗੈਸਾਂ ਜਿਹੜੀਆਂ ਸਭ ਤੋਂ ਵੱਡੀ ਮਾਤਰਾ ਵਿੱਚ ਨੇ। ਉਸ ਤੋਂ ਇਲਾਵਾ ਕਾਰਬਨ ਡਾਈਆਕਸਾਈਡ, ਆਰਗਨ, ਇੱਕ ਜਿਹੜੀ ਜਿਹਨੂੰ ਕਹਿੰਦੇ ਆਪਣਾ ਨੋਬਲ ਗੈਸ ਹੈਗੀ ਹੈ ਆਰਗਨ, ਮੀਥੇਨ, ਓਜ਼ੋਨ ਐਂਡ ਵਾਟਰ ਵੇਪਰ ਅਰਥਾਤ ਜੋ ਪਾਣੀ ਦੀ ਭਾਪ ਹੈ, ਮਤਲਬ ਕਿ ਜੋ ਜਿਹਨੂੰ ਅਸੀਂ ਕਹਿੰਦੇ ਹਾਂ ਵਾਟਰ ਵੇਪਰ, ਪਾਣੀ ਜੋ ਗੈਸ ਦੇ ਰੂਪ ਵਿੱਚ ਹੈ ਉਹਨੂੰ ਕਿਹਾ ਜਾਂਦਾ ਵਾਟਰ ਵੇਪਰ, ਆਰ ਆਲਸੋ ਪ੍ਰੈਜ਼ੈਂਟ ਇਨ ਵੈਰੀ ਸਮਾਲ ਕੁਆਂਟੀਟੀਜ਼। ਇਹ ਜਿਹੜੀਆਂ ਗੈਸਾਂ ਨੇ ਇੱਥੋਂ ਦੀ ਲੈ ਕੇ ਇੱਥੇ ਤੱਕ, ਇਹਨਾਂ ਦੀ ਜਿਹੜੀ ਮਾਤਰਾ ਹੈ ਬਹੁਤ ਘੱਟ ਹੈ। ਦੇਖੋ ਨਾ, ਜੇ 78 ਤੇ 21 ਨੂੰ ਜੋੜੋ ਤੇ ਕਿੰਨਾ ਬਣ ਜਾਂਦਾ? 99 ਬਣ ਜਾਂਦਾ। ਸੋ 99% ਤੇ ਤੁਹਾਡਾ ਨਾਈਟ੍ਰੋਜਨ ਤੇ ਆਕਸੀਜਨ ਹੀ ਹੋ ਗਿਆ। ਸੋ ਸਿਰਫ 1% ਵਿੱਚ ਹੀ ਇਹ ਸਾਰਾ ਹੈਗਾ, ਕਾਰਬਨ ਡਾਈਆਕਸਾਈਡ, ਆਰਗਨ, ਮੀਥੇਨ, है ना, थोड़ी थोड़ी मात्रा में गैसा है। ठीक है। एयर पोल्यूशन, कंटैमिनेशन होंगे किसी चीज़ का अपवित्र हो जाना, गंदला हो जाना। ठीक है। कंटैमिनेशन ऑफ एयर बाय इंप्योरिटीज, अशुद्ध चीज़ां जड़ियां ने, एंड अदर अनवांटेड सबसटेंसेस, ਜਿਹੜੇ पदार्थ लोड़ींदे नहीं है, साडे लिए ठीक नहीं है, अनवांटेड सबसटेंसेस विच हैव अ हार्मफुल इफेक्ट। इफेक्ट मैंने असर, हार्मफुल मैंने माड़ा असर। हार्मफुल इफेक्ट मतलब कि माड़ा नुकसानदायक असर ऑन बोथ दी लिविंग ऑर्गेनिजम्स, जिन्ने भी जीव जंतु ने उन्होंने उत्ते माड़ा असर, एंड दी नॉन लिविंग कंपोनेंट्स, ईवन जड़ियाँ निर्जिंद चीज़ां ने, मतलब कि बिल्डिंगां ने, उन्होंने भी माड़ा असर पाते हैं, एयर पोल्यूशन पाता, वो देखांगे अगे। इज रैफर्ड टू एज एयर पोल्यूशन। ठीक है जी। इस नूं किया जाता है हवा का प्रदूषण, ਜਿਹਦੇ ਵਿੱਚ ਅਗਰ ਅਨਵਾਂਟਡ ਚੀਜ਼ਾਂ ਆ ਜਾਣ, ਇੰਪਿਓਰਿਟੀਜ਼ ਆ ਜਾਣ, ਜਿਨ੍ਹਾਂ ਦਾ ਮਾੜਾ ਅਸਰ ਜੀਵ ਜੰਤੂਆਂ ਤੇ ਜਿਹੜੀ ਨਿਰਜਿੰਦ ਚੀਜ਼ਾਂ ਨੇ, ਨੌਨ ਲਿਵਿੰਗ ਕੰਪੋਨੈਂਟਸ ਦੇ ਉੱਤੇ ਮਾੜਾ ਅਸਰ ਪਾਉਂਦੀਆਂ ਨੇ, ਉਹ ਚੀਜ਼ਾਂ ਨੂੰ ਅਸੀਂ ਫਿਰ ਇਹ ਵਰਤਾਰੇ ਨੂੰ ਕਿਹਾ ਜਾਂਦਾ ਏਅਰ ਪੋਲਿਊਸ਼ਨ। ਏਅਰ ਪੋਲਿਊਟੈਂਟ, ਪੋਲਿਊਸ਼ਨ ਤੇ ਹੁੰਦਾ ਪ੍ਰਦੂਸ਼ਣ ਤੇ ਪੋਲਿਊਟੈਂਟ ਹੁੰਦਾ ਜੋ ਪ੍ਰਦੂਸ਼ਣ ਕਰਦਾ ਹੈ। ਸੋ ਏਅਰ ਪੋਲਿਊਟੈਂਟਸ ਮਤਲਬ ਕਿ ਦੋ ਸਬਸਟੈਂसेस ਵਿਚ ਕਾਜ਼ ਦੀ ਪੋਲਿਊਸ਼ਨ। ਠੀਕ ਹੈ। These substances which contaminate ਦਾ मतलब होता है impurify, मतलब कि अपवित्र ਕਰਨ ਵਾਲੇ, ਗੰਦਲਾ ਕਰਨ ਵਾਲੇ, ਉਹਨਾਂ ਨੂੰ ਕਿਹਾ ਜਾਂਦਾ ਹੈ substances which contaminate the air, ਜੋ ਹਵਾ ਨੂੰ ਗੰਦਾ ਕਰ ਦਿੰਦੇ ਨੇ, ਉਹਨਾਂ ਨੂੰ ਕਿਹਾ ਜਾਂਦਾ air pollutant। pollution ਹੁੰਦਾ ਪ੍ਰਦੂਸ਼ਣ ਤੇ pollutant ਹੁੰਦਾ ਉਹ ਚੀਜ਼ ਜੋ pollution ਕਰਦੀ ਹੈ। ਠੀਕ ਹੈ। एयर पोल्यूटेंट्स मे कम फ्रॉम नैचुरल सोर्सिस, कुदरती स्रोत तो भी हो सकता है जिस बंदियां दा कोई लेना देना नहीं होंदा, जिवें कि स्मोक एंड डस्ट अराइजिंग फ्रॉम फॉरेस्ट फायर्स, मतलब जंगल च अग लग गई अपने आप, बहुत ज़्यादा गर्मी दे विच वहदी हवा चली, गर्मी हुई तो वहदी ब्रांचिज ऑफ ट्रीज दे रब अगेंस्ट ईच अदर, उन्हां फ्रिक्शन दे नाल हीट प्रोड्यूस हो गई तो अग लग गई। ठीक है। धुआं निकलिया, उन्ना हवा गंदी हो गई। फिर झक्खड़ आया, तूफान आया, मिट्टी कट्टा उड़िया बड़ा, उन्ना भी हवा गंदी हो गई। ठीक है। यह नैचुरल कॉज है, कुदरती बर्ताव है। और वोल्कैनिक अरप्शंस, वोल्कैनो होंदा ज्वालामुखी ते वोल्कैनिक होंदा ज्वालामुखी नाल जुड़िया हुआ। इरप्शंस मीन वह फटना। वोल्कैनिक इरप्शन हो गया ज्वालामुखी का फटना। जो ज्वालामुखी फुटता है तो बहुत सारी स्वाह ਤੇ ਗੰਦੀਆਂ ਚੀਜ਼ਾਂ, ਜ਼ਹਿਰੀਲੀ ਚੀਜ਼ਾਂ, ਗੈਸਾਂ ਨਿਕਲਦੀਆਂ ਨੇ, ਉਹਦੇ ਨਾਲ ਵੀ ਹਵਾ ਗੰਦੀ ਹੁੰਦੀ ਹੈ। ਸੋ ਥੀਜ਼ ਆਰ ਦੀ ਨੈਚੁਰਲ ਕਾਜ਼ਿਸ। ਉਸ ਤੋਂ ਇਲਾਵਾ ਹਿਊਮਨ ਐਕਟੀਵਿਟੀਜ਼, ਜਿਹੜੇ ਕੰਮ ਅਸੀਂ ਕਰਦੇ ਹਾਂ ਰੋਜ਼ਮर्रा ਦੀ ਜ਼ਿੰਦਗੀ ਵਿੱਚ, ਉਹਦੇ ਨਾਲ ਵੀ ਬੜੇ ਸਾਰੇ ਪੋਲਿਊਟੈਂਟ ਐਡ ਹੁੰਦੇ ਨੇ। ਹਿਊਮਨ ਐਕਟੀਵਿਟੀਜ਼ ਆਲਸੋ ਐਡ ਪੋਲਿਊਟੈਂਟ ਟੂ ਦੀ ਏਅਰ। ਅਸੀਂ ਵੀ
ਹਵਾ ਵਿੱਚ ਗੰਦਗੀ ਸੁੱਟਦੇ ਹਾਂ। ਕਿਸ ਤਰ੍ਹਾਂ, ਕਿਹੜੇ ਤਰੀਕੇ ਨੇ? ਦੀ ਸੋਰਸਿਸ ਆਫ 에ਅਰ ਪੋਲਿਊਟੈਂਟਸ ਆਰ, ਜਿਹੜੇ ਆ ਪੋਲਿਊਟੈਂਟ ਦੇ ਸਰੋਤ ਨੇ, ਥਰੂ ਦੀ ਹਿਊਮਨ ਬੀਇੰਗਸ ਆਰ ਫੈਕਟਰੀਜ਼, ਬਹੁਤ ਸਾਰੀ ਫੈਕਟਰੀਆਂ ਨੇ, ਪਾਵਰ ਪਲਾਂਟਸ ਜਿੱਥੇ ਬਿਜਲੀ ਪੈਦਾ ਹੁੰਦੀ ਹੈ, ਆਟੋਮੋਬਾਈਲ ਐਗਜ਼ੌਸਟਸ, ਟਰੱਕ, ਬੱਸਾਂ, ਕਾਰਾਂ, ਸਕੂਟਰ, ਮੋਟਰਸਾਈਕਲ ਦੇ ਜਿਹੜੇ ਐਗਜ਼ੌਸਟ ਵਿੱਚੋਂ ਧੂੰਆਂ ਨਿਕਲਦਾ ਹੈ, ਠੀਕ ਹੈ। ਐਂਡ ਬਰਨਿੰਗ ਆਫ ਫਾਇਰਵੁੱਡ, ਪਿੰਡਾਂ ਵਿੱਚ ਜਿਹੜਾ ਬਾਲਣ ਹੈ, ਲੱਕੜ ਹੈ, ਉਹ ਬਾਲੀ ਜਾਂਦੀ ਹੈ, ਉਹਨਾਂ ਵੀ ਧੂੰਆਂ ਨਿਕਲਦਾ, ਗੈਸਾਂ ਨਿਕਲਦੀਆਂ। ਐਂਡ ਡੰਗ ਕੇਕਸ, ਡੰਗ ਹੁੰਦਾ ਬੱਚੋ ਗੋਹਾ, ਮੱਝਾਂ ਦਾ, ਗਾਈਆਂ ਦਾ, ਇਹਨੂੰ ਡੰਗ ਕਿਹਾ ਜਾਂਦਾ ਹੈ। ਤੇ ਕੇਕ ਮੇਰੀ ਡੰਗ ਕੇਕ ਦਾ ਮਤਲਬ ਪਾਥੀਆਂ, ਅਸੀਂ ਆਮ ਬੋਲੀ 'ਚ ਪਾਥੀਆਂ ਕਹਿ ਦਿੰਦੇ ਹਾਂ, ਅੰਗਰੇਜ਼ੀ 'ਚ ਕਿਹਾ ਜਾਂਦਾ ਡੰਗ ਕੇਕਸ, ਅਰਥਾਤ ਉਹ ਕੇਕ ਵਾਂਗੂ ਸਖਤ ਇੱਕ ਪੀਸ ਬਣਿਆ ਹੈ ਗੋਹੇ ਤੋਂ। ਸੋ ਡੰਗ ਕੇਕ ਨੂੰ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ, ਆਮ ਬੋਲੀ 'ਚ ਕਹਿੰਦੇ ਪਾਥੀ, ਠੀਕ ਹੈ। ਡੰਗ ਕੇਕਸ ਹੋ ਗਿਆ ਪਾਥੀਆਂ। ਸੋ ਹਾਲੇ ਵੀ ਪਿੰਡਾਂ ਵਿੱਚ ਪਾਥੀਆਂ ਚੁੱਲ੍ਹੇ 'ਚ ਪਾ ਕੇ ਮਤਲਬ ਕਿ ਰੋਟੀ ਪਾਣੀ ਪਕਾਇਆ ਜਾਂਦਾ ਹੈ। ਉਹ ਜਦੋਂ ਪਾਥੀਆਂ ਬਰਨ ਹੁੰਦੀਆਂ ਤਦ ਵੀ ਧੂੰਆਂ ਨਿਕਲਦਾ ਹੈ, ਠੀਕ ਹੈ। ਵਹੀਕਲਸ ਮਤਲਬ ਕਿ ਜਿਹੜੇ ਵਾਹਨ ਨੇ, ਸਕੂਟਰ, ਮੋਟਰਸਾਈਕਲ, ਟੈਂਪੂ, ਗੱਡੀਆਂ, ਹੈ ਨਾ, ਬੱਸਾਂ, ਇਹ ਵੀ ਦੇ ਐਮਿਟ ਮੈਨੇ ਗਿਵ ਆਊਟ ਹਾਈ ਲੈਵਲਸ ਆਫ ਪੋਲਿਊਟੈਂਟਸ, ਬੜੇ ਵੱਡੀ ਪੱਧਰ ਦੇ ਪੋਲਿਊਟੈਂਟ ਹਵਾ 'ਚ ਸੁੱਟਦੇ ਨੇ, ਲਾਈਕ ਨਾਈਟ੍ਰੋਜਨ ਆਕਸਾਈਡਸ, ਨਾਈਟ੍ਰੋਜਨ ਦੀਆਂ ਗੈਸਾਂ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ ਐਂਡ ਸਮੋਕ, ਧੂੰਆਂ ਵੀ ਨਿਕਲਦਾ ਹੈ। ਇਹ CO ਫਾਰਮੂਲਾ ਹੈਗਾ ਕਾਰਬਨ ਮੋਨੋਆਕਸਾਈਡ, ਤੁਸੀਂ 11ਵੀਂ ਕਲਾਸ 'ਚੋਂ, ਪਰ ਮੈਂ ਜਾਣ ਕੇ ਲਿਖ ਦਿੱਤਾ ਹੈ। ਇਹ ਤੁਸੀਂ ਜਦੋਂ 9th ਵਿੱਚ ਜਾਓਗੇ ਤੇ ਸਿੰਬਲਸ ਪੜ੍ਹੋਗੇ, ਠੀਕ ਹੈ। ਸੋ ਜਿਹੜੇ ਕਾਰਬਨ ਡਾਈਆਕਸਾਈਡ ਦਾ ਫਾਰਮੂਲਾ ਹੈ ਉਹ ਉਹਦੇ ਥੱਲੇ 2 ਲਿਖ ਦਿਓ ਤੇ ਬਣ ਜਾਂਦਾ ਕਾਰਬਨ ਡਾਈਆਕਸਾਈਡ ਦਾ ਫਾਰਮੂਲਾ। ਇਹ ਇਕੱਲਾ CO ਜਿਹੜਾ ਹੈ, C ਤੇ O, ਇਹ ਫਾਰਮੂਲਾ ਹੈਗਾ ਕਾਰਬਨ ਮੋਨੋਆਕਸਾਈਡ ਦਾ। ਮੈਂ ਜਾਣ ਕੇ ਲਿਖਿਆ ਤਾਂ ਕਿ ਤੁਹਾਡੀ ਨੌਲੇਜ ਵਾਧਾ ਹੋ ਜਾਏ, ਸ਼ਾਰਟ ਫਾਰਮ ਕਰਕੇ ਲਿਖ ਦਿੱਤੀ ਹੈ। ਕਾਰਬਨ ਮੋਨੋਆਕਸਾਈਡ ਇਜ਼ ਪ੍ਰੋਡਿਊਸਡ ਫਰੋਮ ਇਨਕੰਪਲੀਟ ਬਰਨਿੰਗ ਆਫ ਪੈਟਰੋਲ ਐਂਡ ਡੀਜ਼ਲ, ਜਦੋਂ ਪੈਟਰੋਲ ਔਰ ਡੀਜ਼ਲ ਭਰਪੂਰ ਮਾਤਰਾ ਦੀ ਹਵਾ ਵਿੱਚ ਨਾ ਜਲੇ, ਪੂਰੀ ਤਰ੍ਹਾਂ ਨਾ ਜਲੇ, ਇਨਕੰਪਲੀਟ ਮਤਲਬ ਕਿ ਉਹਨੂੰ ਜਲਣ ਲਈ ਪੂਰੀ ਹਵਾ ਨਾ ਮਿਲੇ, ਆਕਸੀਜਨ ਘੱਟ ਜਾਂਦੀ ਹੈ ਤੇ ਫਿਰ ਕਾਰਬਨ ਮੋਨੋਆਕਸਾਈਡ ਬਣ ਜਾਂਦੀ ਹੈ, ਠੀਕ ਹੈ। ਕਾਰਬਨ ਮੋਨੋਆਕਸਾਈਡ is produced from incomplete burning of petrol and diesel and it is a harmful gas, ਇਹ ਬੜੀ ਨੁਕਸਾਨਦਾਇਕ ਹੈ and it can cause death, ਠੀਕ ਹੈ। it reduces the oxygen carrying capacity of the blood, ਜੇ ਇਹ ਬੰਦਾ ਸਾਹ ਨਾ ਲੈ ਲਵੇ ਤੇ ਜਿਹੜਾ ਖੂਨ ਸਾਡਾ ਸਾਰੇ ਸਰੀਰ ਦੇ ਸੈੱਲਾਂ ਨੂੰ ਆਕਸੀਜਨ ਪਹੁੰਚਾਉਂਦਾ ਹੈ, ਉਹ ਆਕਸੀਜਨ ਕੈਰੀ ਕਰਨ ਦੀ, ਆਕਸੀਜਨ ਨੂੰ ਬਾਈਂਡ ਕਰ ਲੈਂਦੀ ਹੈ, ਫੜ ਲੈਂਦੀ ਹੈ ਗੈਸ, ਤੇ ਫਿਰ ਬਲੱਡ ਜਿਹੜਾ ਆਕਸੀਜਨ ਨਹੀਂ ਪਹੁੰਚਾ ਸਕਦਾ। ਜਦੋਂ ਆਕਸੀਜਨ ਨਹੀਂ ਮਿਲਦੀ ਤੇ ਉੱਦਾਂ ਫਿਰ ਸੈੱਲ ਮਰਨੇ ਸ਼ੁਰੂ ਹੋ ਜਾਂਦੇ ਨੇ, ਡੈਥ ਹੋ ਜਾਂਦੀ ਹੈ। ਬੜੇ ਬੰਦੇ ਬੱਚੇ ਜਿਹੜੇ ਸਿਆਲਾਂ ਦੇ ਦਿਨਾਂ ਵਿੱਚ ਕਈ ਕੀ ਕਰਦੇ ਨੇ, ਕਮਰੇ ਬੰਦ ਕਰਕੇ ਗੀਠੀ ਬਾਲ ਲੈਂਦੇ ਨੇ, ਕੋਲੇ ਚੱਲਦੇ ਨੇ, ਸੁਲਗਦੇ ਨੇ। ਉਹ ਕੀ ਹੁੰਦਾ, ਫਿਰ ਹਵਾ, ਕਮਰਾ ਬੰਦ ਹੁੰਦਾ ਹੈ, ਫਰੈਸ਼ ਆਕਸੀਜਨ ਅੰਦਰ ਨਹੀਂ ਆਉਂਦੀ, ਜਿਹੜੀ ਹਵਾ ਦੀ ਕਮਰੇ ਅੰਦਰ ਏਅਰ ਹੈ ਉਹ ਸਾਰੀ ਕੰਜ਼ਿਊਮ ਹੋ ਜਾਂਦੀ ਹੈ, ਆਕਸੀਜਨ ਘੱਟ ਜਾਂਦੀ ਹੈ। ਆਕਸੀਜਨ ਜਿਹੜੇ ਘੱਟ ਜਾਂਦੀ ਹੈ ਤੇ ਫਿਰ ਜਿਹੜੇ ਕਾਰਬਨ ਕੋਲਾ ਬਰਨ ਹੁੰਦਾ ਹੈ ਉਹਦੇ ਨਾਲ ਫਿਰ ਕਾਰਬਨ ਮੋਨੋਆਕਸਾਈਡ ਪ੍ਰੋਡਿਊਸ ਹੁੰਦੀ ਹੈ ਤੇ ਸੁੱਤੇ ਸੁੱਤੇ ਬੰਦੇ ਸਾਰਾ ਦਾ ਸਾਰਾ ਪਰਿਵਾਰ ਮਰ ਜਾਂਦੇ ਨੇ। ਹਰ ਸਾਲ ਤੁਸੀਂ ਦੇਖੋ ਅਖਬਾਰਾਂ 'ਚ ਖਬਰ ਆਉਂਦੀ ਹੈ, ਜਦੋਂ ਗੀਠੀ ਬਾਲ ਕੇ ਬੰਦੇ ਕਮਰੇ ਬੰਦ ਕਰਕੇ ਸੌ ਜਾਂਦੇ ਨੇ ਸਿਆਲਾਂ ਵਿੱਚ, ਬੜੇ ਪਰਿਵਾਰਾਂ ਦੇ ਪਰਿਵਾਰ ਸਵੇਰੇ ਸਾਰੇ ਮਰੇ ਹੋਏ ਹੁੰਦੇ ਨੇ, ਪਤਾ ਵੀ ਨਹੀਂ ਲੱਗਦਾ, ਬੰਦਾ ਸੁੱਤੇ ਸੁੱਤੇ ਮਰ ਜਾਂਦਾ। ਇਹਦੀ ਕੋਈ ਸਮੈਲ ਨਹੀਂ ਆਉਂਦੀ, ਕੋਈ ਪੇਨ ਨਹੀਂ ਹੁੰਦੀ, ਕੋਈ ਦਰਦ ਨਹੀਂ ਹੁੰਦੀ, ਬੰਦਾ ਉੱਦਾਂ ਹੀ ਖਤਮ ਹੋ ਜਾਂਦਾ। ਸੋ ਇਹ ਬੱਚਿਓ, ਇਹ ਪੜ੍ਹ ਕੇ ਸਾਨੂੰ ਇਹ ਗਿਆਨ ਮਿਲਦਾ ਹੈ, ਇਹ ਗੱਲਾਂ ਦਾ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਕਦੀ ਵੀ ਕਮਰੇ ਬੰਦ ਕਰਕੇ ਹੀਟਰ ਹੂਟਰ ਇਹ ਜਿਹੜੀ ਚੀਜ਼ਾਂ ਨੇ ਇਹਨਾਂ ਦੇ ਉੱਤੇ ਸਾਨੂੰ ਟੇਕ ਨਹੀਂ ਰੱਖਣੀ ਚਾਹੀਦੀ। ਇੰਸਟੈਡ ਆਫ ਦੈਟ ਸਾਨੂੰ ਇਹ ਵੀ ਕਿ ਕੋਈ ਪੁਰਾਣਾ ਸਵੈਟਰ ਪਾ ਕੇ ਸੌ ਜਾਓ, ਹੈ ਨਾ, ਕੰਬਲ ਦੋਹਰਾ ਕੰਬਲ ਕਰ ਲਓ। ਤੇ ਇਹ ਜਿਹੜੇ ਹੀਟਰ ਚਲਾਉਣੇ, ਅੰਗੀਠੀਆਂ ਚਲਾਉਣੀਆਂ, ਇਹ ਰਿਸਕੀ ਕੰਮ ਹੈ, ਇਹਨਾਂ ਅੱਗ ਲੱਗਣ ਦਾ ਵੀ ਖਤਰਾ ਰਹਿੰਦਾ ਹੈ ਤੇ ਇਸ ਤਰ੍ਹਾਂ ਸਿਹਤ ਦਾ ਵੀ ਬੜਾ ਵੱਡਾ ਖਤਰਾ ਹੈ ਤੇ ਮੌਤ ਵੀ ਹੋ ਸਕਦੀ ਹੈ, ਠੀਕ ਹੈ। ਸੋ ਗੈਸਾਂ ਨਾਲ ਹੋਰ ਕੀ ਹੁੰਦਾ ਹੈ, ਰੈਸਪੀਰੇਟਰੀ ਪ੍ਰੋਬਲਮਸ, ਰੈਸਪੀਰੇਟਰੀ ਮੈਨੇ ਸਾਹ ਨਾਲ ਜੁੜੀਆਂ ਹੋਈਆਂ ਫੇਫੜਿਆਂ ਦੀਆਂ ਪ੍ਰੋਬਲਮਸ। ਰੈਸਪੀਰੇਟਰੀ ਪ੍ਰੋਬਲਮਸ ਅਮੰਗਸਟ ਚਿਲਡਰਨ ਆਰ ਰਾਈਜ਼ਿੰਗ ਡੇ ਬਾਏ ਡੇ, ਬੱਚਿਆਂ ਵਿੱਚ ਇਹ ਬਿਮਾਰੀਆਂ ਸਾਹ ਦੀਆਂ ਰੋਜ਼ ਦਿਨ ਬਾਏ ਦਿਨ ਵੱਧਦੀਆਂ ਜਾ ਰਹੀਆਂ ਨੇ। ਆਟੋਮੋਬਾਈਲਸ ਜਿਹੜੇ ਹੈਗੇ ਨੇ, ਵਹੀਕਲਸ ਜਿਹੜੇ ਹੈਗੇ ਨੇ, ਗੱਡੀਆਂ ਨੇ ਪੈਟਰੋਲ ਡੀਜ਼ਲ ਚੱਲਣ ਵਾਲੀਆਂ, which burn diesel and petrol, ਜੋ ਡੀਜ਼ਲ ਪੈਟਰੋਲ ਤੇ ਚਲਦੀਆਂ ਹੈ, they also produce tiny particles which remain suspended in air, suspended ਮੈਨੇ ਲਟਕੇ ਰਹਿੰਦੇ ਨੇ, ਟੰਗੇ ਰਹਿੰਦੇ ਨੇ। ਮਤਲਬ ਕਿ ਇਹ ਜਿਹੜੇ ਵਹੀਕਲਸ ਨੇ, ਵਾਹਨ ਨੇ ਬੱਚਿਓ, they not only produce gas, ਮਤਲਬ ਕਿ ਨਾਈਟ੍ਰੋਜਨ ਆਕਸਾਈਡਸ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਇਕੱਲੀ ਉਹ ਨਹੀਂ, ਬੜੇ ਹੀ ਬਰੀਕ ਕਣ, ਪਾਰਟੀਕਲਸ ਜਿਹੜੇ ਨਜ਼ਰ ਨਹੀਂ ਆਉਂਦੇ, ਉਹ ਵੀ ਉਹਨਾਂ ਚੋਂ ਨਿਕਲਦੇ ਨੇ ਤੇ ਉਹ ਹਵਾ 'ਚ ਲਮਕੇ ਰਹਿੰਦੇ ਨੇ, ਲਟਕੇ ਰਹਿੰਦੇ ਨੇ, ਠੀਕ ਹੈ ਨਾ। ਸਸਪੈਂਡਡ ਇਨ ਏਅਰ ਫॉर ਲੌਂਗ ਪੀਰੀਅਡਸ, ਬੜੇ ਲੰਬੇ ਸਮੇਂ ਲਈ। ਦੇ ਰਿਡਿਊਸ ਵਿਜ਼ਿਬਿਲਿਟੀ, ਉਹਦੇ ਨਾਲ ਸਾਡੀ ਦੇਖਣ ਦੀ ਸ਼ਕਤੀ ਹੈ ਜਿਹੜੀ
दूर तक धुआं बड़ा होंदा फिर नज़र नहीं आता है ना। असीं कहने भी तारे नज़र नहीं आते दिल्ली या बड़े बड़े शहरों सानू आकाश स्पष्ट नज़र नहीं आता। सो इनके विजिबिलिटी जी घट जाती है एंड दे आल्सो कॉज डिजीज़, क्योंकि साह तो असीं हर वेले लैना है, तो जो असीं साह लैंदे हाँ तो जिहड़े पार्टिकल्स ने गैसां ने वो भी साह दे नाल साडे फेफड़िਆਂ ਦੇ ਵਿੱਚ ਜਾਂਦੀਆਂ ਨੇ ਤੇ ਉਹਦੇ ਨਾਲ ਸਾਨੂੰ ਬਿਮਾਰੀਆਂ ਲੱਗਦੀਆਂ ਨੇ। फिर आ गया बच्चों इंडस्ट्रीज। मैनी इंडस्ट्रीज आल्सो ऐड टू एयर पोल्यूशन। बड़ी इंडस्ट्रियां जोड़े उद्योग ने वो भी एयर पोल्यूशन करते हैं। किदा पेट्रोलियम रिफाइनरीज असी पढ़िया भी चैप्टर है ना पेट्रोल का, असी पढ़िया पेट्रोल किमें पेट्रोलियम प्रोडक्ट्स किमें बनते हैं। पेट्रोलियम रिफाइनरीज जिते रिफाइनरी होंगी जिते पेट्रोल को शुद्ध किया जाता है, कच्चे तेल को साफ करके फिर चो अलग अलग चीज़ां बनाई जांदियां। दे आर अ मेजर सोर्स ऑफ गैशियस पोल्यूटेंट्स। यह एक बड़ा वड्डा स्रोत ने और बड़ी सारी गैस है हवा में छड़ते हैं। किहड़ियां? सल्फर डाइऑक्साइड, गंधक वाली गैस एंड नाइट्रोजन डाइऑक्साइड। सल्फर डाइऑक्साइड इज प्रोड्यूस्ड बाय कंबस्टन ऑफ फ्यूल्स लाइक कोल इन पावर प्लांट्स। जदों जिथे कोले दे नाल बिजली बनती है, पावर प्लांट होंदा है बच्चों, पावर प्लांट होंदा है वो प्लांट जिथे बिजली पैदा की जाती है, तो बिजली कोले नाल भी पैदा की जाती है, पानी नाल भी पैदा की जाती है ना। सो कोला बाल के जदों कोला बलदा है तो उस सल्फर डाइऑक्साइड गैस निकलती है, हवा छड्डी जाती सारी। इट कैन कॉज रेस्पिरेटरी प्रॉब्लम्स इंक्लूडिंग परमानेंट लंग डैमेज। तो कई बार यह स्थाई रूप में जोड़े पक्के तौर पर फेफड़े ने वो डैमेज हो जाते हैं, उन्होंने फिर किसी दवाई के नाल किसी इलाज के नाल ठीक नहीं किया जा सकता भी इन्नी खतरनाक चीज़ां ने। सो बच्चों जी तरक्की है जे तो असीं बड़ा प्रभावित होने हाँ, सो सानू अखां मीट के इन्हां तरक्कियां तो प्रभावित नहीं होना चाहिए। जिन्नी माया की दौड़ असी माया के पिछे दौड़ते हैं उन्ना ही असी अपने प्लैनेट नूं गंदला करते हैं। सो जे असी संतोख वाला जीवन जीने की कोशिश करिए, जीवन के सादगी लैके आइए तो पोल्यूशन की समस्या अपने आप हल हो जाएगी। अगली बच्चों चीज़ आ गई क्लोरो फ्लोरो कार्बनस। असी बच्चों गल कर रहे हैं एयर पोल्यूशन किवें किवें होंदा। पहले असी नैचुरल सोर्स की गल की, फॉरेस्ट फायर्स की गल की, डस्ट वगैरह जी उड़ती है, वोल्कैनिक इरप्शंस की गल की, फिर ह्यूमन एक्टिविटीज़ की गल की है ना, जिस फायरवुड बर्निंग हैगी है, काउ डंग बर्निंग हैगी है, डंग केक्स बर्निंग हैगी है, फिर असी फैक्ट्रियां की गल्लां कीतियां, पावर प्लांट्स की गल की। हुण आ गए क्लोरो फ्लोरो कार्बनस। यह बच्चों कैमिकल्स होंगे ने CFCs। क्लोरो सी तो क्लोरो, F तो फ्लोरो, तो CS तो कार्बनस। ठीक है। आर अदर पोल्यूटेंट्स विच आर यूज्ड इन रेफ्रिजरेटर्स। फ्रिजां में बच्चों अजकल यूज़ नहीं होंगे, पहला यूज़ होंगे थे, हुण तुसीं अगे पढ़ोगे थल्ले। रेफ्रिजरेटर्स, एयर कंडीशनर्स एंड एरोसोल स्प्रेज। जोड़े नहीं होंगे इंसैक्टीसाइड, वो कैन आते हैं तो असीं प्रैस करते हैं तो उस स्प्रे निकलता है। कोई भी चीज़ का प्रैशर विच लिक्विड हो तो जो प्रैस करना प्रैशर रिलीज होकर तो एक बदल जहा बना दे, स्प्रे आए जिस कोई पार्टिकल्स आन, लिक्विड वेपर आन, तो उन्होंने असीं कहने एरोसोल। ठीक है। सो एरोसोल स्प्रेज इन्होंने CFC यूज़ किए जाते सी, अजकल घट गए हैं। सो CFCs क्लोरोफ्लोरोकार्बन्स दे डैमेज दी ओजोन लेयर। ओजोन लेयर बच्चों तुहानूं पता होगा our earth is surrounded by atmosphere and beyond the atmosphere there is a layer of O3, उन्हें कहते हैं ओजोन लेयर, 3 molecules of oxygen। ठीक है। सो ओजोन लेयर जी है इट्स अ प्रोटेक्टिव लेयर, इट प्रोटेक्ट्स अस all the living organisms from the harmful ultraviolet radiation coming from the sun। ठीक है। यह शील्ड के तौर एक कवच के तौर पर काम करती है। ठीक है। सो CFCs डैमेज दी ओजोन लेयर डैमेज हो जाएगी, जो ओजोन लेयर डैमेज होगी तो अल्ट्रावायलेट रेज धरती पर पहुँचने लग जाएगियाँ तो सानू बीमारियां लगणगियां। ठीक है। स्किन कैंसर एक बड़ी मतलब मशहूर बीमारी है जी आस्ट्रेलिया में बहुत ज़्यादा होंगी। आस्ट्रेलिया के उपर लेकिन ओजोन लेयर जी है वो शायद ज़्यादा डैमेज हुई है, तो उत्थे अपना आस्ट्रेलिया में जोड़े स्किन कैंसर के केस बहुत ज़्यादा ने, पर ये होर प्रॉब्लम्स भी बड़िया होंगे। ठीक है। स्किन कैंसर इज जस्ट वन ऑफ दैम। सो यह डैमेज करता है ओजोन लेयर ऑफ एटमोसफीयर। CFCs हैज़ नाउ बीन रिप्लेस्ड विद लैस हार्मफुल कैमिकल्स। जो एक्सपर्ट्स को साइंसदानों को पता लग्या भी इसका नुकसान कर रही है तो फिर इंटरनैशनली ये उत्ते रोक लग गई, हुण लिमिट बना दी गई है। तो हुण अजकल के जोड़े नवे रैफ्रिजरेटर आ रहे हैं, एयर कंडीशनर ने, उन्होंने CFC यूज़ नहीं किया जाता। ठीक है। दूजे चीज़ां यूज़ की जांदियां। इसी तरह सिमिलर टू व्हीकल्स, इंडस्ट्रीयल प्रोसैसिस लाइक स्टील मेकिंग जिदा जिथे स्टील बनता है, एंड माइनिंग जिथे खुदा खाना है, जो कोले की खान हो गई या कोई मैटल्स की खान हो गई जिन्होंने ओरस कड्ढे जाते हैं है ना, आयरन ओर की माइनिंग हो गई,
सो ਇਹ ਜਿਹੜੀ ਚੀਜ਼ਾਂ ਨੇ ਸਟੀਲ ਮੇਕਿੰਗ ਐਂਡ ਮਾਈਨਿੰਗ ਆਲਸੋ ਪ੍ਰੋਡਿਊਸ ਟਾਈਨੀ ਪੋਲਿਊਟਿੰਗ ਪਾਰਟੀਕਲਸ। ਜਿਹਦਾ ਵਹੀਕਲਸ ਹੈਗੇ ਨੇ ਉਹ ਟਾਈਨੀ ਪਾਰਟੀਕਲਸ ਐਮਿਟ ਕਰਦੇ ਨੇ। ਇसी ਤਰ੍ਹਾਂ ਇੰਡਸਟਰੀਅਲ ਜਿਹੜੀਆਂ ਸਟੀਲ ਇੰਡਸਟਰੀ ਹੋ ਗਈ ਜਾਂ ਮਾਈਨਿੰਗ ਦਾ ਜਿਹੜਾ ਪ੍ਰੋਸੈਸ ਹੋ ਗਿਆ, ਦੇ ਆਲਸੋ ਪ੍ਰੋਡਿਊਸ ਟਾਈਨੀ ਪੋਲਿਊਟਿੰਗ ਪਾਰਟੀਕਲਸ। ਪਾਵਰ ਪਲਾਂਟਸ ਜਿਹੜੇ ਨੇ ਉਹ ਤੁਹਾਨੂੰ ਦੱਸਿਆ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਤੇ ਛੱਡਦੇ ਹੀ ਨੇ, ਪਰ ਉਹਦੇ ਨਾਲ ਨਿੱਕੇ ਨਿੱਕੇ ਪਾਰਟੀਕਲਸ ਵੀ ਨਿਕਲਦੇ ਨੇ। ਪਾਵਰ ਪਲਾਂਟਸ ਗਿਵ ਆਊਟ ਟਾਈਨੀ ਐਸ਼, ਸਵਾਹ ਦੇ ਪਾਰਟੀਕਲਸ ਨਿਕਲਦੇ ਨੇ, ਐਸ਼ ਪਾਰਟੀਕਲਸ ਵਿਚ ਆਲਸੋ ਪੋਲਿਊਟ ਦੀ ਐਟਮੋਸਫੀਅਰ। ਇਹ ਸਾਰੇ ਪੁਆਇੰਟਸ ਨੂੰ ਬੱਚੋ ਚੰਗੀ ਤਰ੍ਹਾਂ ਤੁਸੀਂ ਯਾਦ ਕਰ ਲੈਣਾ। ਵਹੀਕਲਸ ਹੋ ਗਏ, ਕਲੋਰੋਫਲੋਰੋਕਾਰਬਨਸ ਹੋ ਗਏ, ਇੰਡਸਟਰੀਜ਼ ਹੋ ਗਈਆਂ, ਹੈ ਨਾ, ਹਿਊਮਨ ਐਕਟੀਵਿਟੀਜ਼ ਹੋ ਗਈਆਂ। ਓਕੇ, ਫਿਰ ਅਗਲੀ ਗੱਲ ਆ ਗਈ ਵਿੱਚ ਸਮੌਗ। ਵਟ ਇਜ਼ ਸਮੌਗ? ਸਮੌਗ ਇਜ਼ ਮੇਡ ਅਪ ਆਫ ਸਮੋਕ ਐਂਡ ਫੌਗ। ਇਹ ਦੇਖੋ, SM ਲੈ ਲਿਆ ਸਮੋਕ ਤੋਂ ਤੇ OG ਲੈ ਲਿਆ ਫੌਗ ਤੋਂ, ਸੋ SMOG ਬਣ ਗਿਆ ਸਮੌਗ। ਸੋ ਸਮੌਗ ਇਜ਼ ਅ ਮਿਕਸਚਰ ਆਫ ਸਮੋਕ ਐਂਡ ਫੌਗ। ਸੋ ਹੁਣ ਜੇ ਫੌਗ ਤੇ ਬੱਚੇ ਸਰਦੀਆਂ ਵਿੱਚ ਹੀ ਹੁੰਦੀ ਹੈ, ਸੋ ਇਟ ਮੀਨਸ ਇਟ ਇਜ਼ ਸਮੌਗ ਜਿਹੜੀ ਹੈ ਇਟ ਅਕਰਸ ਇਨ ਵਿੰਟਰ। ਸੋ ਇਟ ਇਜ਼ ਅ ਥਿਕ ਫੌਗ ਲਾਈਕ ਲੇਅਰ in the atmosphere especially during winters। ठीक है, smoke may contain oxides of nitrogen which combine with other pollutants and fog to form smoke। smoke ਦੇ ਵਿੱਚ ਜਿਹੜੇ ਆਕਸਾਈਡਸ ਹੁੰਦੇ ਨੇ ਨਾਈਟ੍ਰੋਜਨ ਦੇ ਤੇ ਦੂਜੇ, ਤੇ ਉਹ ਕੀ ਕਰਦੇ ਨੇ, ਫੌਗ ਦੇ ਨਾਲ ਮਿਕਸਿੰਗ ਹੋ ਕੇ ਉਹ ਇੱਕ ਸਮੌਗ ਬਣ ਜਾਂਦੀ ਹੈ, ਕਾਲੇ ਰੰਗ ਦੀ ਫੌਗ ਬਣ ਜਾਂਦੀ ਹੈ। ਠੀਕ ਹੈ, ਦੀ ਸਮੌਗ ਕਾਜ਼ਿਜ਼ ਬਰੀਥਿੰਗ ਡਿਫਿਕਲਟੀਜ਼, ਸਾਹ ਲੈਣ 'ਚ ਬੜੀ ਸਮੱਸਿਆ ਆਉਂਦੀ ਹੈ, ਸੱਚ ਐਜ਼ ਅਸਥਮਾ, ਦਮਾ ਹੋ ਜਾਂਦਾ ਹੈ, ਅਸਥਮਾ ਨੂੰ ਕਹਿੰਦੇ ਦਮਾ, कॉफ खंघ होती है, एंड वीजिंग इन चिल्ड्रन। वीजिंग होती है बच्चों, साह लैन लगे सीटियां की आवाज़ आती है, साह नहीं लिया जा रहा ठीक तरह, यानी कि अंदर म्यूकस जम गई है ना। तो मतलब साह लै रहा है, हम तुम साह लैने तो साह की आवाज़ नहीं आती, पर वीजिंग होती है भी विसलिंग की साउंड, भी बंदा साह बड़ी मुश्किल लै रहा है, तो जो साह छड्डदा है लैंदा है तो इदां लगदा जिवें सीटी बज रही है, बिकॉज दी विंड पाइप इज़ ब्लॉक्ड बिकॉज ऑफ म्यूकस, बलगम अंदर जम गई, अंदर इन्फेक्शन हो गई। सो है बच्चों इदा दी खतरनाक चीज़ां ने जो पोल्यूशन होंदा है। हुण अगली गल आ गई बच्चों एसिड रेन। एसिड रेन किवें बनदी है, यह भी ये पिछे जो कारण है मेन वो एयर पोल्यूशन ही है। देखो, पोल्यूटिंग गैसेज लाइक सल्फर डाइऑक्साइड एंड नाइट्रोजन डाइऑक्साइड दे रिएक्ट विद द वाटर वेपर प्रेजेंट इन द एटमोसफीयर। हुण हवा विच बच्चों वाटर वेपर तो हैगा ही है, ह्यूमिडिटी हैगी है, मॉइस्चर हैगा, ठीक है। वो फिर की होंदा है, सल्फर डाइऑक्साइड गैस रिएक्ट्स विद वाटर वेपर टू फॉर्म सल्फ्यूरिक एसिड, नाइट्रोजन डाइऑक्साइड रिएक्ट्स विद मॉइस्चर और वाटर वेपर इन द एयर टू फॉर्म नाइट्रिक एसिड, टू फॉर्म सल्फ्यूरिक एसिड एंड नाइट्रिक एसिड। द एसिड्स ड्रॉप डाउन विद द रेन, तो जो मीह पैंदा है, मीह दे नाल जिहदा बाकी इंप्योरिटीज थल्ले आ जांदियां, ते जिहड़े एसिड्स बने ने हवा विच वो फिर दे फॉल डाउन विद द रेन एंड मेकिंग द रेन एसिडिक। ਉਹਨਾਂ ਫਿਰ ਰੇਨ बच्चों इट इज़ नो लॉन्गर क्लीन एयर, जिदा अस तो 50 साल पहले 100 साल पहले होंदी सी, पानी सीधा मूँह खोल के पी लो ਜਾਂ कोई पतीला रख दो छत के उत्ते ते जिहड़ा पानी मींह दा पिया ते सीधा सीधा पी लो, कुछ नहीं होएगा, ठीक है। बट इट इज़ नो लॉन्गर सो वो एसिडिक बन गई, दिस इज़ कॉल्ड एसिड रेन। ते एसिड रेन बच्चे एक छोटा जिहा अपना 2 नंबर का सवाल आ सकता है कि सल्फर डाइऑक्साइड हवा विच ते नाइट्रोजन डाइऑक्साइड दे रिएक्ट विद वाटर वेपर, वाटर वेपर की जगह तुसीं मॉइस्चर भी लिख सकते हो, है ना, तो ਉਹਦੇ ਨਾਲ ਰਿਐਕਟ ਕਰਕੇ ਸਲਫਿਊਰਿਕ ਐਸਿਡ ਤੇ ਨਾਈਟ੍ਰਿਕ ਐਸਿਡ ਬਣ ਜਾਂਦਾ ਹੈ। ਸੋ ਐਂਡ ਇਟ ਡ੍ਰੌਪਸ ਡਾਊਨ ਵਿਦ ਦ ਰੇਨ, ਦਿਸ ਰੇਨ ਇਜ਼ ਕਾਲਡ ਐਸਿਡ ਰੇਨ, ਠੀਕ ਹੈ। ਅਗਲੀ ਗੱਲ ਆ ਗਈ ਬੱਚੇ ਇੱਕ ਮਾਰਬਲ ਕੈਂਸਰ। ਦੇਖੋ ਬੱਚੇ, ਇੱਕ ਤਾਂ ਕੈਂਸਰ ਹੁੰਦੀ ਹੈ ਜਿਹੜੀ ਜਾਨਵਰਾਂ ਨੂੰ, ਮਨੁੱਖਾਂ ਨੂੰ ਹੁੰਦੀ ਹੈ, ਇਨਸਾਨਾਂ ਨੂੰ ਹੁੰਦੀ ਜਾਂ, ਹੈ ਨਾ, ਤੇ ਇੱਕ ਬੱਚੇ ਕੈਂਸਰ ਹੈ ਮਾਰਬਲ। ਅਸੀਂ ਸਟਾਰਟਿੰਗ 'ਚ ਕਿਹਾ ਸੀ ਨਾ ਕਿ 에ਅਰ ਪੋਲਿਊਸ਼ਨ हैज़ हार्मफुल इफेक्ट ऑन लिविंग बींग्स एज वेल एज नॉन लिविंग कंपोनेंट्स। सो नॉन लिविंग कंपोनेंट में जो मेन चीज़ है मार्बल है, मार्बल, ठीक है। जो फार्मूला है कैल्शियम कार्बोनेट है, तुम अगले 9th 10th में जाके पढ़ोगे कि मार्बल का की फार्मूला होंगे, जो असीं घर संगमरमर लगाने, है ना, बिल्डिंग लगाने। सो एसिड रेन कोरोड्स, इन्हें कोरोजन ने खा जाती है कहनू मार्बल ऑफ बिल्डिंग्स एंड मोन्यूमेंट्स। जो एसिड रेन मार्बल से डिगदी है छत्तां ते दीवारां ते उन्होंने खराब करती है, क्योंकि एसिड है, एसिड रेन है, तो वही उन्होंने मतलब कि वो चो खाना शुरू कर देंगी है। दिस फिनोमिनन है वर्तारा जोड़ा इज कॉल्ड मार्बल कैंसर, इन्होंने मार्बल की कैंसर कहा जाता है। तो सस्पेंडिड पार्टिकुलेट जोड़े पार्टिकल्स सस्पेंडिड लटके हुए हैं हवा विच,
ਉਹ ਮੈਟਰ ਜਿਹੜਾ ਹੈ ਸੱਚ ਐਜ਼ ਦੀ ਸੂਟ ਪਾਰਟੀਕਲ ਹੁੰਦੇ ਵਿੱਚ ਜਦੋਂ ਬਰਨ ਕੀਤਾ ਗਿਆ ਤੇ ਕਾਲੇ ਰੰਗ ਦੀਆਂ ਜਿਹੜੀਆਂ ਨਿਕਲਦਾ ਧੂਏ ਦੇ ਨਾਲ ਕਾਲੇ ਕਾਲੇ, ਜਦੋਂ ਅਸੀਂ ਚੁੱਲ੍ਹਾ ਬਾਲਦੇ ਹਾਂ, ਅੰਗੀਠੀ ਬਾਲਦੇ ਹਾਂ ਜਾਂ ਕੋਲਾ ਬਾਲਦੇ ਹਾਂ, ਲੱਕੜ ਬਾਲਦੇ ਹਾਂ, ਤੇ ਕਾਲੇ ਕਾਲੇ ਬੱਚੇ ਇੱਕ ਨਾ ਉੜਦੇ ਜਾਂਦੇ ਨੇ ਉੱਪਰ, ਉਹਨੂੰ ਕਿਹਾ ਜਾਂਦਾ ਸੂਟ ਪਾਰਟੀਕਲਸ। ਦੇ ਕਾਜ਼ ਯੈਲੋਇੰਗ ਆਫ ਦੀ ਮਾਰਬਲ, ਜਦੋਂ ਉਹ ਹਵਾ ਦੇ ਨਾਲ ਉੱਥੇ ਚਿਪਕ ਜਾਂਦੇ ਨੇ ਜਾਂ ਉੱਥੇ ਮੀਂਹ ਨਾਲ ਥੱਲੇ ਡਿੱਗਦੇ ਨੇ ਬਾਰਿਸ਼ ਨਾਲ, ਸੋ ਉਹਦੇ ਨਾਲ ਮਾਰਬਲ ਦਾ ਰੰਗ ਵਾਈਟ ਤੋਂ ਯੈਲੋ ਹੋ ਜਾਂਦਾ ਹੈ। ਕਹਿੰਦੇ ਤਾਜ ਮਹਿਲ ਇਜ਼ ਅ ਲਿਵਿੰਗ ਐਗਜ਼ਾਮਪਲ ਆਫ ਦਿਸ, ਸਾਡੇ ਸਾਹਮਣੇ ਜੋ ਜੀਂਦੀ ਜਾਗਦੀ ਦੀ ਮਿਸਾਲ ਹੈ ਉਹ ਹੈ ਤਾਜ ਮਹਿਲ। ਔਰ ਦੇਖੀਏ ਤਾਜ ਮਹਿਲ ਬਾਰੇ ਹੋਰ ਐਕਸਟਰਾ ਚੀਜ਼ਾਂ। ਦੀ ਤਾਜ ਮਹਿਲ, it is not only living organisms that get affected by polluted air, but non-living things like buildings, monuments and statues। स्टैचू ਹੁੰਦਾ ਬੱਚਿਓ ਬੁੱਤ, ਮੂਰਤੀਆਂ, ਤੇ monuments ਹੁੰਦਾ ਬੱਚਿਓ ਆਪਣਾ ਜਿਹੜੇ ਸਮਾਰਕ ਹੁੰਦੇ ਨੇ ਨਾ ਬਣੇ ਹੋਏ, they also get affected। ਇਹ ਬੱਚਿਓ ਸਟਾਰਟਿੰਗ 'ਚ ਹੀ ਤੁਹਾਨੂੰ ਕਿਹਾ ਕਿ air pollution has harmful effect on living beings as well as non-living component। ਸੋ ਇੱਥੇ ਵੀ ਇਹ ਗੱਲ ਰਿਪੀਟ ਕੀਤੀ ਹੈ ਕਿ it not only living organisms but the non-living things also get affected। Taj Mahal located in Agra जो आगरा ਵਿੱਚ है has become a matter of concern। ਇਹ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ। matter of concern ਹੁੰਦਾ ਵਿੱਚ ਚਿੰਤਾ ਦਾ ਵਿਸ਼ਾ। ਇਹ ਦੇਖੋ ਇਹ ਨਾਲ ਨਾਲ ਤੁਹਾਡੀ ਅੰਗਰੇਜ਼ੀ ਵੀ ਇੰਪਰੂਵ ਕਰ ਰਹੇ ਹਾਂ। matter of concern ਇੱਕ ਫਰੇਜ਼ ਹੈਗਾ, matter of concern मतलब ਚਿੰਤਾ ਦਾ ਵਿਸ਼ਾ, ਠੀਕ ਹੈ। due to ਕਿਹਦੇ ਕਰਕੇ, due to air pollution ਕਰਕੇ ਇਹ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਦੀ ਇੰਡਸਟਰੀਜ਼ ਲੋਕੇਟਡ ਇਨ ਐਂਡ ਅਰਾਊਂਡ ਆਗਰਾ, ਆਗਰਾ ਦੇ ਵਿੱਚ ਜਿਹੜੇ ਉਦਯੋਗ ਲੱਗੇ ਹੋਏ ਨੇ ਤੇ ਆਗਰਾ ਦੇ ਆਲੇ ਦੁਆਲੇ ਜਿਹੜੇ ਲੱਗੇ ਹੋਏ ਨੇ, ਕਿਹੜੇ ਕਿਹੜੇ, ਰਬੜ ਦੀ ਪ੍ਰੋਸੈਸਿੰਗ ਦੀ ਫੈਕਟਰੀਆਂ ਉੱਥੇ ਹੈਗੀਆਂ, ਕੈਮੀਕਲਸ ਦੀ ਫੈਕਟਰੀਆਂ ਹੈਗੀਆਂ, ਆਟੋਮੋਬਾਈਲ ਦੀ ਵੀ ਹੈਗੀਆਂ, ਐਂਡ ਐਸਪੈਸ਼ਲੀ ਦੀ ਮਥੁਰਾ ਆਇਲ ਰਿਫਾਈਨਰੀ। ਤੇ ਉੱਥੇ ਮਥੁਰਾ ਵਿੱਚ ਇੱਕ ਮਥੁਰਾ ਆਇਲ ਤੇਲ ਦੀ ਰਿਫਾਈਨਰੀ ਵੀ ਹੈਗੀ ਹੈ, ਜਿੱਦਾਂ ਪੈਟਰੋਲ ਰਿਫਾਈਨਰੀ ਹੁੰਦੀ ਹੈ ਨਾ। ਹੈਵ ਬੀਨ ਪ੍ਰੋਡਿਊਸਿੰਗ ਪੋਲਿਊਟੈਂਟਸ ਲਾਈਕ ਆਕਸਾਈਡਸ ਆਫ ਸਲਫਰ ਐਂਡ ਨਾਈਟ੍ਰੋਜਨ। ਉਹ ਬੜੇ ਸਾਲਾਂ ਤੋਂ ਹੈ ਜਿਹੜੇ ਪੋਲਿਊਟੈਂਟ ਹੈਗੇ ਨੇ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ, ਉਹ ਛੱਡਦੇ ਆ ਰਹੇ ਨੇ, ਠੀਕ ਹੈ, ਕਾਫੀ ਸਾਲਾਂ ਤੋਂ। ਤੇ ਐਸਿਡ ਰੇਨ ਤੁਹਾਨੂੰ ਦੱਸਿਆ ਹੀ ਹੈ, ਐਸਿਡ ਰੇਨ ਸਲਫਰ ਡਾਈਆਕਸਾਈਡ ਨਾਈਟ੍ਰੋਜਨ ਡਾਈਆਕਸਾਈਡ ਦੇ ਨਾਲ ਬਣ ਜਾਂਦੀ ਹੈ, ਦੇ ਫਾਰਮ ਸਲਫੂਰਿਕ ਐਸਿਡ ਐਂਡ ਨਾਈਟ੍ਰਿਕ ਐਸਿਡ। ਦੀ ਐਸਿਡ ਰੇਨ ਦਸ ਫਾਰਮ ਕੋਰੋਡਸ ਦੀ ਮਾਰਬਲ ਆਫ ਦੀ ਮੋਨੂਮੈਂਟ, ਜਿਹਨੂੰ ਅਸੀਂ ਕਿਹਾ ਜਾਂਦਾ ਹੈ ਮਾਰਬਲ ਕੈਂਸਰ, ਠੀਕ ਹੈ। ਤੇ ਸਸਪੈਂਡਡ ਪਾਰਟੀਕੂਲੇਟ ਮੈਟਰ ਸੱਚ ਐਜ਼ ਦੀ ਸੂਟ ਪਾਰਟੀਕਲਸ ਐਮਿਟਡ ਬਾਈ ਮਥੁਰਾ ਆਇਲ ਰਿਫਾਈਨਰੀ has contributed towards the yellowing of the marble। ਜਿਹੜੀ ਮਥੁਰਾ ਆਇਲ ਰਿਫਾਈਨਰੀ ਹੈ ਉਹਦੇ ਚੋਂ ਸੂਟ ਪਾਰਟੀਕਲਸ ਨਿਕਲਦੇ ਨੇ, ਤੇ ਸੂਟ ਪਾਰਟੀਕਲਸ ਰਿਮੇਨ ਸਸਪੈਂਡਡ ਐਂਡ ਵੈਨ ਦੇ ਫਾਲ ਔਨ ਦੈਟ ਤਾਜ ਮਹਿਲ ਮਾਰਬਲ, ਉਹਦਾ ਮਾਰਬਲ ਦਾ ਰੰਗ ਜਿਹੜਾ ਚਿੱਟੀ ਸ਼ਾਈਨਿੰਗ ਸੀਗੀ ਉਹ ਖਤਮ ਹੋ ਰਹੀ ਹੈ ਤੇ ਉਹਦਾ ਰੰਗ ਯੈਲੋ ਹੋ ਜਾ ਰਿਹਾ। The Supreme Court has ordered industries to switch to cleaner fuels like CNG, compressed natural gas। ਇਸ ਗੱਲ ਨੂੰ ਦੇਖਦੇ ਹੋਏ, ਕਿਉਂਕਿ ਇਹ ਸਾਡੇ ਦੇਸ਼ ਦਾ ਇੱਕ ਵਿਰਾਸਤ ਹੈਗੀ ਹੈ ਤਾਜ ਮਹਿਲ, ਤੇ ਉਹ ਸੁਪਰੀਮ ਕੋਰਟ ਨੇ ਇਹ ਹੁਕਮ ਕੀਤਾ ਹੈ ਕਿ ਜਿਹੜੀ ਇੰਡਸਟਰੀਜ਼ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਲੀਨਰ ਫਿਊਲਸ ਯੂਜ਼ ਕਰੋ, ਕੋਲਾ ਨਾ ਯੂਜ਼ ਕਰੋ, CNG ਯੂਜ਼ ਕਰੋ, ਕੰਪਰੈਸਡ ਨੈਚੁਰਲ ਗੈਸ, ਜਿਹਦੇ 'ਚ ਪੋਲਿਊਟੈਂਟਸ ਘੱਟ ਨਿਕਲਦੇ ਨੇ, ਐਂਡ LPG ਲਿਕੁਈਫਾਈਡ ਪੈਟਰੋਲੀਅਮ ਗੈਸ, ਜਿਹੜੀ ਗੈਸ ਅਸੀਂ ਘਰਾਂ 'ਚ ਸਿਲੰਡਰ 'ਚ ਯੂਜ਼ ਕਰਦੇ ਹਾਂ। ਇਹ CNG ਦੇ ਤੁਹਾਨੂੰ ਪਤਾ ਬੱਚਿਓ ਬੜੀ ਜਗ੍ਹਾ ਬੜੇ ਸਟੇਟਸ ਵਿੱਚ ਬੱਸਾਂ ਵਿੱਚ ਆਟੋ ਵਿੱਚ CNG ਯੂਜ਼ ਹੋਣ ਲੱਗ ਗਈ ਹੈ, ਕਈ ਕਾਰਾਂ CNG ਵਾਲੀਆਂ ਆ ਗਈਆਂ ਨੇ। ਤੇ LPG ਅਸੀਂ ਘਰਾਂ ਵਿੱਚ ਜਿਹੜੇ ਕੁਕਿੰਗ ਲਈ ਯੂਜ਼ ਕਰਦੇ ਹਾਂ, ਤੇ ਜਿਹੜੇ ਅਸੀਂ ਰਸੋਈ 'ਚ ਕੁਕਿੰਗ ਕਰਦੇ ਹਾਂ LPG ਉਹ 'ਚ ਕੋਈ ਧੂੰਆਂ ਨਹੀਂ ਨਿਕਲਦਾ ਹੈ ਨਾ। ਸੋ ਇਸ ਕਰਕੇ ਦੇ ਆਰ ਕਲੀਨਰ ਫਿਊਲ, CNG ਤੇ LPG ਇਹਨਾਂ ਵਿੱਚ ਧੂੰਆਂ ਗੈਸਿਸ ਬਹੁਤ ਘੱਟ ਨਿਕਲਦੀਆਂ, ਠੀਕ ਹੈ। ਟੂ ਸੇਵ ਦੀ ਤਾਜ, ਇਹ ਕਿਉਂ ਕਿਹਾ ਸੁਪਰੀਮ ਕੋਰਟ ਨੇ, ਤਾਜ ਮਹਿਲ ਨੂੰ ਬਚਾਉਣ ਲਈ। The automobiles also have been instructed to switch over to unleaded petrol in the Taj zone। ਤਾਜ ਦੇ ਏਰੀਆ ਵਿੱਚ ਉਹਨਾਂ ਨੇ ਕਿਹਾ ਜਿੰਨੇ ਵੀ ਵਹੀਕਲ ਹੈਗੇ ਨੇ ਉਹ ਅਨਲੈਡਡ ਪੈਟਰੋਲ ਵਰਤਣ। ਬੱਚੇ ਪੈਟਰੋਲ ਦੋ ਕਿਸਮ ਦੇ ਹੁੰਦੇ ਨੇ, ਇੱਕ ਹੁੰਦਾ ਪੈਟਰੋਲ ਨੂੰ ਉਹ ਲੈਡ ਦੇ ਨਾਲ ਟਰੀਟ ਕੀਤਾ ਜਾਂਦਾ ਹੈ ਕਿਸੇ ਰਿਕੁਆਇਰਮੈਂਟ ਵਾਸਤੇ, ਉਹ 'ਚ ਲੈਡ ਐਡ ਕੀਤਾ ਜਾਂਦਾ ਹੈ, ਠੀਕ ਹੈ, ਜਾਂ ਲੈਡ ਨਾਲ ਟਰੀਟ ਕੀਤਾ ਜਾਂਦਾ ਹੈ। ਸੋ ਅਨਲੈਡਡ ਪੈਟਰੋਲ ਜਿਹੜਾ ਹੁੰਦਾ ਬੱਚਿਓ ਉਹਦੇ 'ਚ ਲੈਡ ਜੋ ਮੈਟਲ ਹੈ, ਲੈਡ ਜੋ ਐਲੀਮੈਂਟ ਹੈ ਉਹ ਯੂਜ਼ ਨਹੀਂ ਹੁੰਦਾ। ਅਨਲੈਡਡ ਪੈਟਰੋਲ, ਲੈਡ ਬੱਚਿਓ ਜਿਹੜਾ ਲੈਡ ਨਾ ਇਟਸ ਐਨ ਐਲੀਮੈਂਟ, ਕੈਮੀਕਲ ਐਲੀਮੈਂਟ ਹੁੰਦਾ ਹੈ, ਠੀਕ ਹੈ। ਇਹਦਾ ਫਾਰਮੂਲਾ PB, P ਕੈਪੀਟਲ ਤੇ B ਸਮਾਲ ਲੈਟਰ। ਜਿੱਦਾਂ ਇਹ ਕਾਰਬਨ ਦਾ C ਹੈਗਾ, ਆਕਸੀਜਨ ਦਾ O ਹੈਗਾ, ਕੈਲਸ਼ੀਅਮ ਦਾ Ca ਹੈਗਾ, ਇਸੇ ਤਰ੍ਹਾਂ ਲੈਡ ਦਾ ਫਾਰਮੂਲਾ PB। ਇਹ ਜੋ ਤੁਸੀਂ ਜਿਹੜੇ 9th ਵਿੱਚ ਜਾਓਗੇ ਤਾਂ ਤੁਸੀਂ ਇਹ ਸਾਰੇ ਸਿੰਬਲਸ ਪੜ੍ਹੋਗੇ। ਸੋ ਇਹ ਹੈਗਾ ਅਨਲੀਡਡ ਨਹੀਂ ਪੜ੍ਹਨਾ, ਇਹਨੂੰ ਪੜ੍ਹਨਾ ਅਨਲੈਡਡ। ਲੈਡ ਹੋ ਗਿਆ ਉਹਲਾ ਮੈਟਲ, ਲੈਡਡ ਮੀਨਸ ਟਰੀਟਡ ਵਿਦ ਲੈਡ। ਸੋ ਅਨਲੈਡਡ ਮੀਨਸ ਪੈਟਰੋਲ ਵਿਚ ਇਜ਼ ਨਾਟ ਟਰੀਟਡ ਵਿਦ ਲੈਡ, ਠੀਕ ਹੈ, ਕਿਉਂਕਿ ਲੈਡ ਦੇ ਨਾਲ ਫਿਰ ਬੱਚਿਓ ਉਹ ਵੀ ਕਾਫੀ ਜ਼ਹਿਰੀਲੀਆਂ ਗੈਸਾਂ ਬਾਹਰ ਨਿਕਲਦੀਆਂ, ਠੀਕ ਹੈ। ਅੱਗੇ ਚਲੀਏ, ਅਗਲੀ ਗੱਲ ਆ ਗਈ ਬੱਚਿਓ ਗ੍ਰੀਨ ਹਾਊਸ ਇਫੈਕਟ। ਵੈਨ ਦੀ ਸਨਸ ਰੇਜ਼ ਫਾਲ ਔਨ ਦੀ ਅਰਥ, ਜਦੋਂ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਡਿੱਗਦੀਆਂ ਨੇ
A part of the radiation is absorbed by it and a part is reflected back into space. ਤੇ ਕੀ ਹੁੰਦਾ ਬੱਚੋ, ਕੁਝ ਰੇਜ਼ ਸਨਸ ਰੇਜ਼ ਦਾ ਕੁਝ ਹਿੱਸਾ ਤੇ ਅਰਥ ਵਿੱਚ ਜਜ਼ਬ ਕਰ ਲਿਆ ਜਾਂਦਾ, ਐਬਜ਼ੌਰਬ ਅਰਥ ਕਰ ਲੈਂਦੀ ਹੈ, ਤੇ ਬਾਕੀ ਵੱਡਾ ਅਮਾਊਂਟ ਜਿਹੜਾ ਹੈ ਰਿਫਲੈਕਟਡ ਬੈਕ, ਰਿਫਲੈਕਟ ਹੋ ਕੇ ਟਕਰਾ ਕੇ ਵਾਪਸ ਚਲੀ ਜਾਂਦੀ, ਜਿਵੇਂ ਲਾਈਟ ਸ਼ੀਸ਼ੇ ਨੂੰ ਟਕਰਾ ਕੇ ਵਾਪਸ ਆਉਂਦੀ ਹੈ, ਜਿੱਦਾਂ ਅਸੀਂ ਰਿਫਲੈਕਸ਼ਨ ਵਿੱਚ ਪੜਿਆ ਲਾਈਟ ਵਿੱਚ, ਇसी तरह सन्स रेज आल्सो गेट रिफ्लेक्टेड बैक इनटू स्पेस। ठीक है, अ पार्ट ऑफ द रिफ्लेक्टेड रेडिएशन इज ट्रैप्ड बाय द एटमॉस्फेयर। हुण जिहड़ी वो रिफ्लैक्ट होकर जाएगी वो तो हवा विच होकर जाएगी ना बच्चों, साडी धरती दे आले दुआले वातावरण हैगा, एटमॉस्फेयर हैगा, कुछ तो हवा नूं चीर के क्रॉस करके स्पेस विच चली जाती है, पुलाड़ विच चली जाती है, पर कुछ जिहड़ी रिफ्लैक्टेड रेडिएशन है इट इज ट्रैप्ड, ट्रैप्ड मैंने फसा ली जाती है, रोक ली जाती है बाय द एटमॉस्फेयर। ठीक है, दी ट्रैप्ड रेडिएशंस फर्दर वार्म दी अर्थ, और जो ट्रैप हो गई तो सनस दी रेज गरमैश हैगी है, ਉਹਦੇ ਨਾਲ ਹੀ ਸਾਡੀ ਜਿਹੜੀ ਧਰਤੀ ਹੈ ਸਾਨੂੰ ਗਰਮੈਸ਼ ਮਿਲਦੀ ਹੈ। ਠੀਕ ਹੈ, ਅਸਲ ਵਿੱਚ ਕਿਉਂਕਿ ਇਟ ਹੈਜ਼ ਬੀਨ ਟ੍ਰੈਪਡ ਬਾਈ ਦੀ ਐਟਮੋਸਫੀਅਰ। ਤੇ ਕਹਿੰਦੇ ਇਨ ਅ ਗ੍ਰੀਨ ਹਾਊਸ ਦੀ ਸਨਸ ਹੀਟ ਇਜ਼ ਅਲਾਉਡ ਟੂ ਗੈਟ ਇਨ ਬਟ ਇਜ਼ ਨਾਟ ਅਲਾਉਡ ਟੂ ਗੋ ਆਊਟ। ਹੁਣ ਬੱਚੋ ਇਹ ਤੇ ਹੈਗਾ ਕੁਦਰਤੀ ਗ੍ਰੀਨ ਹਾਊਸ ਇਫੈਕਟ, ਜਿੱਥੇ ਐਟਮੋਸਫੀਅਰ ਨੇ ਸਨਸ ਰੇਜ਼ ਨੂੰ ਟ੍ਰੈਪ ਕਰ ਲਿਆ। पर जिवें असीं जानते हैं बच्चों ग्रीन हाउस इफैक्ट तुसीं देखिया होना कि कच का या प्लास्टिक का एक चैंबर बनाया जाता बड़ा वड्डा कमरे वांगू के, बहुत खेतों च देखो तो असीं मान लो गर्मियां दी सब्जियां सर्दियां विच उगाणियां है। ठीक है, तो की करते हैं सर्दियां दे टैंपरेचर नाल राइज नहीं होंदा, तो की करते हैं वो जिथे सब्जी उगा के उत्थे उहदे उपर शीशा या प्लास्टिक दा लगा दिंदे ने, आस पास भी एक कमरा जिहा बना दिंदे ने प्लास्टिक का, थिक प्लास्टिक का या ग्लासिस का, ग्लास शीट टाइप होंगी है, प्लास्टिक टाइप जो सॉलिड प्लास्टिक होता है, तो वह शीशा का एक कमरा जहा बन जाता बहुत बड़ा। ठीक है, हुण की होया बच्चों कि वो एक किस्म का जो सन की रेज हैगी दे कैन एंटर दी दैट ग्लास ग्रीन हाउस। हुण कहते ग्रीन हाउस वो शीशे का जो घर बनया है, शीशे का कमरा बनया, वो थ्रू सनस रेज कैन गो डाउन, तो वो की होएगा फिर, बट दे रिफ्लैक्ट होकर वो शीशे तो बाहर नहीं जा सकती, ट्रैप हो जाती, और ना फिर की होंगे अंदरला जो शीशे के अंदर सारा एरिया है वो बहुत गर्म हो जाता है। तुसीं पता है इसका इफैक्ट देख सकते हो गर्मियों में जो साडी कार बाहर खड़ी होंगी है, तो एक तो वो आयरन शीट करके भी गर्म होंगी है, पर ज़्यादा गर्म क्यों होंगी है, वो जो शीशे ने विंडो के, क्योंकि कार बंद होंगी है, अगे सामने विंडशील्ड हैगी है शीशे की बनी हुई, तो खिड़कियां के शीशे है, वो शीशे राही जी सनस रेज तो कार के अंदर जांदियां पर अंदर ट्रैप हो जाती, रिफ्लैक्ट होकर बाहर नहीं आ सकती। इसी करके गर्मियों में जो कार जी असीं धुप्पे खड़ी करते हैं एकदम तप जाती है, बहुत ज़्यादा गर्म हो जाती है, जिन्नी गर्मी बाहर होंगी है उस तो कई गुणा ज़्यादा गर्मी साडी कार दे विच गड्डी विच हो जाती है। वो इट इज़ बिकॉज ऑफ द ग्रीन हाउस इफैक्ट, क्योंकि दी सनस रेज आर ट्रैप्ड। ठीक है, दी ट्रैप्ड हीट वार्म्स दी प्लांट्स इन द ग्रीन हाउस। हुण की हो गया, वो अंदर मान लो बाहर तो हैगी विंटर सर्दी हैगी है, पर ग्रीन हाउस के अंदर की हो गया समर हो गई, ਉਹਦੇ ਨਾਲ ਜਿਹੜੇ ਪਲਾਂਟਸ ਹੈਗੇ ਨੇ ਵਿਚ ਗਰੋ ਇਨ ਸਮਰ ਦੇ ਕੈਨ ਬੀ ਗਰੋਨ ਇਨ ਦੀ ਵਿੰਟਰ ਸੀਜ਼ਨ ਆਲਸੋ, ਤਾਂ ਕਰਕੇ ਕਿਹਾ ਜਾਂਦਾ ਗ੍ਰੀਨ ਹਾਊਸ ਇਹਨੂੰ ਕਿਹਾ ਜਾਂਦਾ, ਤੇ ਇਹਨੂੰ ਕਹਿੰਦੇ ਗ੍ਰੀਨ ਹਾਊਸ ਇਫੈਕਟ। ਦੀ ਟ੍ਰੈਪਿੰਗ ਆਫ ਰੇਡੀਏਸ਼ਨਸ ਬਾਈ ਦੀ ਅਰਥਸ ਐਟਮੋਸਫੀਅਰ ਇਜ਼ ਸਿਮਿਲਰ ਟੂ ਦਿਸ ਪ੍ਰੋਸੈਸ। ਜਿਵੇਂ ਇੱਕ ਗ੍ਰੀਨ ਹਾਊਸ ਸ਼ੀਸ਼ੇ ਦਾ ਬਣਿਆ ਘਰ ਸਨਸ ਰੇਜ਼ ਨੂੰ ਟ੍ਰੈਪ ਕਰ ਲੈਂਦਾ ਹੈ, ਉਸੀ ਤਰ੍ਹਾਂ ਐਟਮੋਸਫੀਅਰ ਜਿਹੜਾ ਹੈ ਉਹ ਵੀ ਅਰਥ ਰੇਜ਼ ਨੂੰ ਅਰਥ ਦਾ ਐਟਮੋਸਫੀਅਰ ਹੈ ਸਨਸ ਰੇਜ਼ ਨੂੰ ਟ੍ਰੈਪ ਕਰ ਲੈਂਦਾ ਹੈ, इसी करके इस इफेक्ट में क्या जाता है ग्रीन हाउस इफेक्ट। ठीक है बच्चों, ओके चलिए, ग्रीन हाउस इफेक्ट इज एन इंपॉर्टेंट फिनोमिनन, बड़ा महत्वपूर्ण है, इस तो बिना साडा जीवन मुमकिन नहीं, फिर तो सारी हीट स्पेस में चली जाएगी तो अर्थ से बहुत ज़्यादा ठंड हो जाएगी। ठीक है ना, सो लाइफ वुड नॉट बी पॉसिबल। सो ग्रीन हाउस इफेक्ट इज एन इंपॉर्टेंट फिनोमिनन बिकॉज विदाउट दिस प्रोसेस लाइफ वुड नॉट हैव बीन पॉसिबल ऑन द अर्थ। अर्थ तो जिंदगी नहीं पॉसिबल होनी सी, बट नाउ इट थ्रैटन्स लाइफ, पर वो चीज़ लिमिट में होनी चाहिए सी, हुण बहुत ज़्यादा हो गई है। क्यों? एक्सैस ऑफ CO2 इन द एयर इज़ वन ऑफ द गैसेज रिस्पोंसिबल फॉर दिस इफेक्ट। यह देखने में आया बच्चों, यह जी गैस है फॉर्मूला CO2, इनको कहते कार्बन डाइऑक्साइड। कार्बन डाइऑक्साइड गैस विच इज़ रिलीज्ड वैन वी एक्सपायर, मतलब जो असी साह बाहर छड्डदे हां ते साडे जो साह बाहर छड्डदे हां हवा विच भी एयर विच भी ब्रीथ आउट, इट इज़ क्वाइट रिच इन कार्बन डाइऑक्साइड। ठीक है, सो हुण कार्बन डाइऑक्साइड जी गैस है बच्चों, इसकी मात्रा वधी जा रही है बिकॉज व्हीकल्स आर रिलीजिंग कार्बन डाइऑक्साइड, पावर प्लांट्स आर रिलीजिंग कार्बन डाइऑक्साइड, मैनी इंडस्ट्रियल यूनिट्स आर रिलीजिंग कार्बन डाइऑक्साइड।
ਉਹਦੇ ਨਾਲ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਗਈ ਹੈ, ਕੁਆਂਟੀਟੀ ਵੱਧ ਗਈ ਹੈ। ਬਟ ਕਾਰਬਨ ਡਾਈਆਕਸਾਈਡ ਗੈਸ ਦੀ ਖਾਸ ਗੱਲ ਹੈ ਕਿ ਇਟ ਇਜ਼ ਅ ਮੇਨ ਗੈਸ ਵਿਚ ਇਜ਼ ਰਿਸਪੋਂਸਿਬਲ ਫॉर ट्रैपिंग ਦੀ ਸਨਸ ਰੇਜ਼। ਪਹਿਲੇ ਤਾਂ ਥੋੜੀ ਹੁੰਦੀ ਸੀ ਜਦੋਂ ਇੰਡਸਟਰੀ ਨਹੀਂ ਸੀਗੀ, ਹਨਾ, ਇਟ ਵਾਜ਼ ਇਨ ਲਿਮਿਟਡ ਕੁਆਂਟੀਟੀ ਤੇ ਵਾਰਮਿੰਗ ਜ਼ਿਆਦਾ ਨਹੀਂ ਹੁੰਦੀ ਸੀਗੀ, ਠੀਕ ਹੈ ਨਾ। ਓਨਲੀ ਸਨਸ ਰੇਜ਼ ਵਰ ਟ੍ਰੈਪਡ ਵਿਚ ਵਰ ਰਿਕੁਆਇਰਡ ਫॉर आवर ਸਰਵਾਈਵਲ। ਹੁਣ ਕਾਰਬਨ ਡਾਈਆਕਸਾਈਡ ਗੈਸ ਦੀ ਮਾਤਰਾ ਵਧੀ ਜਾ ਰਹੀ ਹੈ, ਇਹਦੇ ਨਾਲ ਕੀ ਹੋ ਗਿਆ, the amount of sun's rays being trapped has increased. So excess of CO2 in the air is one of the gases responsible for this effect. Excess of CO2 in the air acts as a pollutant. Plants utilize CO2 from the atmosphere for photosynthesis, thereby decreasing the amount of carbon dioxide in the air. ਇਹ ਤੇ ਇੱਕ natural ਇੱਕ balance ਬਣਿਆ ਹੈ। ਤੇ ਜਿਹੜੀ ਗੈਸ ਅਸੀਂ ਛੱਡਦੇ ਸੀਗੇ ਕਾਰਬਨ ਡਾਈਆਕਸਾਈਡ ਇਨਸਾਨ, ਉਹ ਜਿਹੜੇ ਪਲਾਂਟ ਸੀਗੇ ਉਹ ਇਹਨੂੰ ਯੂਟਿਲਾਈਜ਼ ਕਰ ਲੈਂਦੇ ਸੀਗੇ। ਤੇ ਹੁਣ ਅਸੀਂ ਕੀ ਕਰ ਰਹੇ ਹਾਂ, ਅਸੀਂ ਪਲਾਂਟਸ ਤੇ ਕੱਟੀ ਜਾ ਰਹੇ ਹਾਂ, ਉਹਦੇ ਨਾਲ ਕੀ ਹੋ ਗਿਆ, ਕਾਰਬਨ ਡਾਈਆਕਸਾਈਡ ਦੀ ਗੈਸ ਦੀ ਕੰਜ਼ੰਪਸ਼ਨ ਨਹੀਂ ਹੋਏਗੀ। ਐਂਡ ਔਨ ਦੀ ਅਦਰ ਹੈਂਡ ਪਲਾਂਟਸ ਕੱਟ ਕੇ ਫਿਰ ਅਸੀਂ ਇੰਡਸਟਰੀ ਲਗਾਈ ਜਾ ਰਹੇ ਹਾਂ, ਮਤਲਬ ਇੰਡਸਟਰੀਜ਼ ਆਰ ਰਿਲੀਜ਼ਿੰਗ ਮੋਰ ਕਾਰਬਨ ਡਾਈਆਕਸਾਈਡ, ਵਹੀਕਲਸ ਆਰ ਰਿਲੀਜ਼ਿੰਗ ਮੋਰ ਕਾਰਬਨ ਡਾਈਆਕਸਾਈਡ, ਤੇ ਜਿਹੜੇ ਪਲਾਂਟਸ ਨੇ ਕਾਰਬਨ ਡਾਈਆਕਸਾਈਡ ਨੂੰ ਕੰਜ਼ਿਊਮ ਕਰਨਾ ਸੀ ਤੇ ਬੈਲੈਂਸ ਬਣਾ ਕੇ ਰੱਖਣਾ ਸੀ, ਉਹ ਪਲਾਂਟਸ ਨੂੰ ਅਸੀਂ ਕੱਟੀ ਜਾ ਰਹੇ ਹਾਂ। ਸੋ ਇਹਦੇ ਕਰਕੇ ਬੱਚਿਓ ਇਸ ਤਰ੍ਹਾਂ ਇਹ ਸਾਈਕਲ ਡਿਸਟਰਬ ਹੋ ਗਿਆ। ਇਹ ਦੇਖੋ ਹੁਣ ਹੈ ਗਲੋਬਲ ਵਾਰਮਿੰਗ। डिफॉरेस्टेशन ਹੁੰਦਾ ਬੱਚਿਓ ਕਟਿੰਗ ਆਫ ਟਰੀਜ਼ ਔਨ ਅ ਲਾਰਜ ਸਕੇਲ, ਠੀਕ ਹੈ। डिफॉरेस्टेशन ਲੀਡਸ ਟੂ ਐਨ ਇਨਕਰੀਜ਼ ਇਨ ਦੀ ਅਮਾਊਂਟ ਆਫ ਕਾਰਬਨ ਡਾਈਆਕਸਾਈਡ। ਜਿਹੜੇ ਅਸੀਂ ਪੇੜ ਕੱਟਦੇ ਹਾਂ ਤੇ ਜਿਹੜੇ ਪੇੜਾਂ ਨੇ, ਜਿਹੜੇ ਰੁੱਖਾਂ ਨੇ, ਦਰਖਤਾਂ ਨੇ ਕਾਰਬਨ ਡਾਈਆਕਸਾਈਡ ਦੀ ਕੰਜ਼ੰਪਸ਼ਨ ਕਰਨੀ ਸੀ, ਉਹ ਹੁਣ ਪੇੜ ਰਹਿ ਨਹੀਂ ਗਏ ਤੇ ਕਾਰਬਨ ਡਾਈਆਕਸਾਈਡ ਹਵਾ 'ਚ ਰਹਿ ਜਾਏਗੀ ਫਿਰ, ਹੈ ਨਾ। ਇਨ ਦੀ ਏਅਰ ਬਿਕੋਜ਼ ਦੀ ਨੰਬਰ ਆਫ ਟਰੀਜ਼ ਵਿਚ ਕੰਜ਼ਿਊਮ CO2 ਇਜ਼ ਰਿਡਿਊਸਡ। On the other hand, vehicles and industries are expelling CO2 in the air. ਇੰਡਸਟਰੀਆਂ ਤੇ ਜਿਹੜੀਆਂ ਵਾਹਨ ਨੇ ਉਹ ਕਾਰਬਨ ਡਾਈਆਕਸਾਈਡ ਛੱਡੀ ਜਾ ਰਹੇ ਨੇ, ਤੇ ਜਿਨ੍ਹਾਂ ਨੇ ਕਾਰਬਨ ਡਾਈਆਕਸਾਈਡ ਕੰਜ਼ਿਊਮ ਕਰਨੀ ਸੀ ਉਹ ਅਸੀਂ ਹਟਾਈ ਜਾ ਰਹੇ ਹਾਂ। ਤੇ ਹਿਊਮਨ ਐਕਟੀਵਿਟੀਜ਼ ਦਸ ਕੰਟਰੀਬਿਊਟ ਟੂ ਦੀ ਐਕੂਮੂਲੇਸ਼ਨ ਆਫ CO2 ਇਨ ਦੀ ਐਟਮੋਸਫੀਅਰ। ਇਹ ਇਨਸਾਨ ਹੀ ਨੇ ਜਿਨ੍ਹਾਂ ਨੇ ਇਸ ਧਰਤੀ ਦਾ ਸਤਿਆਨਾਸ਼ ਕੀਤਾ ਹੈ। ਅਸੀਂ ਪੇੜ ਵੀ ਕੱਟੀ ਜਾ ਰਹੇ ਹਾਂ ਤੇ ਕਾਰਾਂ ਗੱਡੀਆਂ ਵੀ ਖਰੀਦੀ ਜਾ ਰਹੇ ਹਾਂ ਤੇ ਹਵਾ ਗੰਦਲੀ ਕਰੀ ਜਾ ਰਹੇ ਹਾਂ, ਠੀਕ ਹੈ। ਸੋ CO2 traps heat and does not allow it to escape into space. ਇਹ ਕਾਰਨ ਹੈ। CO2 ਜਿਹੜੀ ਹੈ ਬੱਚਿਓ, ਕਾਰਬਨ ਡਾਈਆਕਸਾਈਡ, ਇਹਦੀ ਇੱਕ ਕੁਆਲਿਟੀ ਹੈ ਕਿ ਇਹ ਹੀਟ ਨੂੰ ਟਰੈਪ ਕਰ ਲੈਂਦੀ ਹੈ। ਸੋ ਸਨਸ ਰੇਜ਼ ਨੂੰ ਟਰੈਪ ਕਰ ਲੈਂਦੀ ਹੈ and does not allow it to escape into space. As a result, the average temperature of the Earth's atmosphere is gradually, step by step, ਹੌਲੀ ਹੌਲੀ it is increasing. This is called global warming, ਜਿਹਨੂੰ ਕਿਹਾ ਜਾਂਦਾ ਆਲਮੀ ਤਪਸ਼। ਆਲਮ ਮੈਨੇ ਸੰਸਾਰ, ਆਲਮੀ ਮੈਨੇ ਸੰਸਾਰੀ, ਵਾਰਮਿੰਗ ਮੈਨੇ ਤਪਸ਼, ਮਤਲਬ ਕਿ ਗਲੋਬਲ ਟੈਂਪਰੇਚਰ, ਗਲੋਬਲੀ ਜਿਹੜਾ ਅਰਥ ਦਾ ਟੈਂਪਰੇਚਰ, ਐਵਰੇਜ ਟੈਂਪਰੇਚਰ ਹੈ, ਇਟ ਇਜ਼ ਇਨਕਰੀਜ਼ਿੰਗ। ਅਦਰ ਗੈਸਿਸ, ਜਿਹੜੀ ਹੋਰ ਗੈਸਿਸ ਲਾਈਕ ਮੀਥੇਨ, ਨਾਈਟਰਸ ਆਕਸਾਈਡ ਐਂਡ ਵਾਟਰ ਵੇਪਰ ਆਲਸੋ ਕੰਟਰੀਬਿਊਟ ਟੂਵਰਡਸ ਦਿਸ ਇਫੈਕਟ। ਇਹ ਵੀ ਕੁਛ ਨਾ ਕੁਛ ਹੀਟ ਟਰੈਪ ਕਰਦੇ ਨੇ, ਪਰ ਕਾਰਬਨ ਡਾਈਆਕਸਾਈਡ ਜਿਹੜਾ ਮੇਨ ਹੈਗੀ ਹੈ। ਲਾਈਕ ਕਾਰਬਨ ਡਾਈਆਕਸਾਈਡ ਦੇ ਆਰ ਆਲਸੋ ਕਾਲਡ ਗ੍ਰੀਨ ਹਾਊਸ ਗੈਸਿਸ। ਇਹ ਬੱਚੇ ਦੇਖ ਲਓ, ਮੀਥੇਨ, nitrous oxide, water vapor and carbon dioxide, these are called greenhouse gases. Global warming has become a major concern for governments worldwide. ਇਹ ਸੰਸਾਰ ਭਰ ਦੀ ਸਾਰੀ ਸਰਕਾਰਾਂ ਲਈ ਇੱਕ ਵੱਡੀ ਚਿੰਤਾ ਬਣ ਗਈ ਹੈ ਗਲੋਬਲ ਵਾਰਮਿੰਗ। An increase in the Earth's temperature by even as little as 0.5 degree Celsius, ਜ਼ਿਆਦਾ ਨਹੀਂ, ਸਿਰਫ ਹਾਫ ਅ ਡਿਗਰੀ ਅਗਰ ਗਲੋਬਲ ਐਵਰੇਜ ਟੈਂਪਰੇਚਰ ਅਰਥ ਦਾ ਵੱਧ ਜਾਵੇ, it can have a very serious effect. ਇਹਦਾ ਬੜਾ ਮਾੜਾ ਅਸਰ ਪੈ ਸਕਦਾ ਹੈ। ਗਲੇਸ਼ੀਅਰਸ ਜਿਹਨੂੰ ਕਹਿੰਦੇ ਆ, ਇਹ ਜਿਹੜੇ ਨਾਰਥ ਪੋਲ ਤੇ ਸਾਊਥ ਪੋਲ ਤੇ ਜਿਹੜੇ ਪਹਾੜ ਨੇ, ਬਰਫਾਂ ਦੇ ਪਹਾੜ, ਇਟ ਇਜ਼ ਹੈਵਿੰਗ ਮਿਲੀਅਨਸ ਆਫ ਟਨਸ ਆਫ ਵਾਟਰ, ਮਤਲਬ ਆਈਸ ਹੈ ਜਿਹੜੀ, ਪਹਾੜਾਂ ਦੇ ਪਹਾੜ। ਗਲੇਸ਼ੀਅਰਸ ਇਨ ਦੀ ਮਾਊਂਟੇਨਸ ਹੈਵ ਸਟਾਰਟਿਡ ਮਿਲਟਿੰਗ। ਟੈਂਪਰੇਚਰ ਵਧਿਆ ਤੇ ਉਹਨਾਂ ਦੀ ਮੈਲਟਿੰਗ ਸ਼ੁਰੂ ਹੋ ਗਈ ਹੈ, ਠੀਕ ਹੈ ਨਾ ਬੱਚਿਓ। ਸੋ ਇਹ ਮੈਲਟਿੰਗ ਹੋਣ ਕਰਕੇ ਫਿਰ ਕੀ ਹੋ ਗਿਆ ਕਿ it will raise the sea levels, the coastal areas they risk being flooded, ठीक है। सो ग्लेशियर्स ਜਿਹੜੇ ਹੈਗੇ ਨੇ ਬੱਚਿਓ, ਉਹਨਾਂ ਦੀ ਮੈਲਟਿੰਗ ਸ਼ੁਰੂ ਹੋ ਗਈ ਹੈ। ਆਓ ਅੱਗੇ ਚਲੀਏ। ਗਲੋਬਲ ਵਾਰਮਿੰਗ ਕੈਨ ਰੇਜ਼ sea levels dramatically। ਸਮੁੰਦਰ ਵਿੱਚ ਜਦੋਂ ਬੱਚੋ ਮਿਲੀਅਨਸ ਆਫ ਟਨਸ ਆਫ ਪਾਣੀ ਗਲੇਸ਼ੀਅਰਸ ਦਾ ਪਿਘਲ ਕੇ ਸਮੁੰਦਰ ਵਿੱਚ ਹੀ ਆਏਗਾ ਨਾ, ਤੇ sea level ਰਾਈਜ਼ ਹੋ ਜਾਏਗਾ ਡਰਾਮੈਟਿਕਲੀ, ਬਹੁਤ ਵੱਡੀ ਪੱਧਰ ਤੇ। Many coastal areas have already been flooded. Coastal area ਹੁੰਦੇ ਵਿੱਚ ਜਿਹੜੇ ਸਮੁੰਦਰ ਦੇ ਤੱਟ ਦੇ ਕਿਨਾਰੇ ਪਿੰਡ ਹੈਗੇ ਨੇ, ਵਿਲੇजेस ਹੈਗੇ ਨੇ, ਟਾਊਨਸ ਹੈਗੇ ਨੇ, ਜਾਂ ਕੋਈ ਹੈਬਿਟੇਸ਼ਨ ਹੈਗਾ ਜਿੱਥੇ ਕੋਈ ਲੋਕ ਰਹਿੰਦੇ ਨੇ, ਕਈ ਆਈਲੈਂਡਸ ਵਿੱਚੋਂ ਸਬਮਰਜਡ ਹੋ ਗਈਆਂ, ਅਲੋਪ ਹੋ ਗਈਆਂ, ਪਾਣੀ ਥੱਲੇ ਚਲੀ ਗਈਆਂ।
ਤੇ ਕਈਆਂ ਦਾ ਲੈਵਲ ਵੱਧ ਕੇ ਕੀ ਉਹ ਫਲੱਡਿੰਗ ਹੋ ਗਈ ਹੈ। ਸੋ ਮੈਨੀ ਕੋਸਟਲ ਏਰੀਆਜ਼ ਹੈਵ ਆਲਰੇਡੀ ਬੀਨ ਫਲੱਡਡ। ਗਲੋਬਲ ਵਾਰਮਿੰਗ could result in wide ranging effects। ਬਹੁਤ ਇਹਦਾ ਲੰਬੇ ਕਈ ਤਰੀਕਿਆਂ ਦੇ ਨਾਲ ਇਹਦਾ ਮਾੜਾ ਅਸਰ ਪੈ ਸਕਦਾ ਹੈ। ਔਨ ਰੇਨਫਾਲ ਪੈਟਰਨ ਸਾਰਾ ਵਿਗੜ ਗਿਆ। ਕਦੀ ਜਿੱਥੇ ਮੀਂਹ ਪੈਣਾ ਚਾਹੀਦਾ ਉੱਥੇ ਪੈਂਦਾ ਨਹੀਂ, ਤੇ ਜਿੱਥੇ ਨਹੀਂ ਪੈਣਾ ਚਾਹੀਦਾ ਉੱਥੇ ਪੈ ਜਾਂਦਾ ਹੈ। ਕਦੀ ਜ਼ਿਆਦਾ ਮੀਂਹ ਪੈ ਜਾਂਦਾ, ਕਦੀ ਥੋੜ੍ਹਾ ਪੈ ਜਾਂਦਾ, ਕਦੀ ਬਹੁਤ ਜ਼ਿਆਦਾ ਪੈ ਜਾਂਦਾ, ਕਦੀ ਪੈਂਦਾ ਹੀ ਨਹੀਂ ਹੈਗਾ। ਬੜੀ ਜੋ ਪੈਟਰਨ ਹੈ ਨਾ, ਇੱਕ ਜੋ ਸਿਸਟਮ ਬਣਿਆ ਸੀ ਕੁਦਰਤ ਦਾ, ਉਹ ਡਿਸਟਰਬ ਹੋ ਗਿਆ। ਰੇਨਫਾਲ ਪੈਟਰਨਸ ਹੈਵ ਬੀਨ ਡਿਸਟਰਬਡ। ਐਗਰੀਕਲਚਰ ਤੇ ਬੜਾ ਮਾੜਾ ਅਸਰ ਪੈਂਦਾ ਹੈ, ਬਿਕੋਜ਼ ਐਗਰੀਕਲਚਰ ਇਜ਼ ਡਿਪੈਂਡੈਂਟ ਔਨ ਨੈਚੁਰਲ ਸਾਈਕਲ ਆਫ ਸਨਲਾਈਟ ਐਂਡ ਰੇਨ। ਉਹ ਸਾਰਾ ਡਿਸਟਰਬ ਹੋਏਗਾ ਤੇ ਐਗਰੀਕਲਚਰ ਵੀ ਡਿਸਟਰਬ ਹੋ ਜਾਏਗਾ। ਫੋਰੈਸਟਸ, ਪਲਾਂਟਸ, ਇਕੋਲੋਜੀਕਲ ਬੈਲੈਂਸ ਡਿਸਟਰਬ ਹੋ ਗਿਆ, ਐਂਡ ਐਨੀਮਲਸ। ਇਹ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ ਬੱਚੋ, ਜਿਹੜੇ ਲੈਸਨਸ ਅਸੀਂ ਕੀਤੇ ਨੇ ਪਹਿਲੇ, ਕਿ ਜਿਹੜਾ ਈਕੋਲੋਜੀ ਜਿਹੜਾ ਬੈਲੈਂਸ ਹੈ, ਫੋਰੈਸਟ, ਪਲਾਂਟਸ, ਐਨੀਮਲਸ, ਦੇ ਆਰ ਆਲ ਇੰਟਰਕਨੈਕਟਡ ਵਿਦ ਈਚ ਅਦਰ। ਠੀਕ ਹੈ। ਮੈਜੋਰਿਟੀ ਆਫ ਦਾ ਪੀਪਲ ਅਫੈਕਟਡ ਬਾਈ ਗਲੋਬਲ ਵਾਰਮਿੰਗ ਆਰ ਲਿਵਿੰਗ ਇਨ ਏਸ਼ੀਆ। ਇਹ ਵੀ ਦੇਖੋ ਕਿੰਨੀ ਵੱਡੀ ਗੱਲ ਹੈ। ਵਰਲਡ ਦੀ ਜ਼ਿਆਦਾ ਪੋਪੂਲੇਸ਼ਨ ਤਾਂ ਏਸ਼ੀਆ ਵਿੱਚ ਹੀ ਹੈਗੀ ਹੈ। ਠੀਕ ਹੈ ਨਾ, ਚਾਈਨਾ ਵੀ ਏਸ਼ੀਆ 'ਚ ਹੈ, ਇੰਡੀਆ ਵੀ ਏਸ਼ੀਆ 'ਚ ਹੀ, ਸਭ ਤੋਂ ਦੀ 2 ਮੋਸਟ ਪੋਪੂਲਸ ਕੰਟਰੀਜ਼। ਤੇ ਇਹ ਜਿਹੜਾ ਸਭ ਤੋਂ ਜ਼ਿਆਦਾ ਅਸਰ ਗਲੋਬਲ ਵਾਰਮਿੰਗ ਦਾ ਪੈ ਰਿਹਾ ਬੱਚੋ, ਏਸ਼ੀਆ ਵਿੱਚ ਜ਼ਿਆਦਾ ਪੈ ਰਿਹਾ। ਫੇਲੀਅਰ ਟੂ ਟੇਕ ਕਰੈਕਟਿਵ ਸਟੈਪ ਹੁੰਦੇ ਬੱਚੋ ਅਸਰਦਾਇਕ ਜਿਹੜੇ ਹੈਗੇ ਨੇ, ਮਤਲਬ ਕਿ ਉਹਨੂੰ ਇਸ ਗੱਲ ਨੂੰ ਠੀਕ ਕਰਨ ਵਾਲੇ ਕਦਮ, ਜੋ ਇਹ ਗਲਤੀਆਂ ਹੋਈਆਂ ਹੈ ਇਹਨੂੰ ਠੀਕ ਕਰਨ ਵਾਲੇ ਕਦਮ ਸਾਨੂੰ ਜੇ ਨਹੀਂ ਚੱਕੇ, ਫੇਲੀਅਰ ਟੂ ਟੇਕ, ਅਗਰ ਅਸੀਂ ਇਹਨੂੰ ਇਸ ਹਾਲਾਤ ਨੂੰ ਠੀਕ ਕਰਨ ਲਈ ਕੋਈ ਕਦਮ ਨਾ ਚੱਕੇ, ਫੇਲੀਅਰ ਟੂ ਟੇਕ ਕਰੈਕਟਿਵ ਸਟੈਪਸ may cause the temperature to rise by more than 2 degrees Celsius by the end of the century। ਮਤਲਬ ਕਿ ਇਹ ਹੋਰ 70-80 ਸਾਲਾਂ ਵਿੱਚ ਇਹ ਟੈਂਪਰੇਚਰ 2 ਡਿਗਰੀ ਤੱਕ ਵੱਧ ਜਾਏਗਾ। ਅ ਲੈਵਲ ਕੰਸੀਡਰਡ ਡੇਂਜਰਸ, ਵਰਨਾ ਪਰਲੋ ਵੀ ਆ ਸਕਦੀ ਹੈ। ਕਈ ਛੋਟੇ ਮੋਟੇ ਦੇਸ਼, ਬੰਬੇ ਵਰਗੇ ਜਿਹੜੇ ਕੋਸਟਲ ਜਿਹੜੇ ਸਿਟੀਜ਼ ਹੈਗੇ ਨੇ, ਦੇ ਮੇ ਜਸਟ ਡਿਸਅਪੀਅਰ ਫਰੋਮ ਦੀ ਫੇਸ ਆਫ ਦੀ ਅਰਥ। ਇਕੱਲਾ ਬੰਬੇ ਨਹੀਂ, ਹੋਰ ਵੀ ਬੜੇ ਸਾਰੇ ਹੈਗੇ ਨੇ ਜਿਹੜੇ ਲੋ ਲਾਈਂਗ ਏਰੀਆਜ਼ ਹੈਗੇ ਨੇ, ਉਹ ਬਿਲਕੁਲ ਪਾਣੀ ਵਿੱਚ ਛੁਪ ਜਾਣਗੇ। ਠੀਕ ਹੈ ਬੱਚਿਓ, ਜੇ ਅਸੀਂ ਆਪਣੀ ਆਦਤਾਂ ਨੂੰ ਨਹੀਂ ਸੁਧਾਰਿਆ। ਕਰੈਕਟਿਵ ਮੈਜ਼ਰਸ ਕਿਹੜੇ ਕਿਹੜੇ ਹੈਗੇ ਨੇ, ਹੁਣ ਅਸੀਂ ਦੇਖੀਏ ਕਰੈਕਟਿਵ ਮੈਜ਼ਰਸ ਕਿਹੜੇ ਨੇ। ਪਾਰਟ 1, ਸਵਿਚਿੰਗ ਟੂ ਯੂਜ਼ਿੰਗ ਕਲੀਨਰ ਫਿਊਲਸ ਲਾਈਕ CNG ਐਂਡ ਅਨਲੈਡਡ ਪੈਟਰੋਲ ਇਨ ਵਹੀਕਲਸ। ਅਸੀਂ ਪਰ ਗੱਡੀਆਂ ਵਾਲੀ ਖਰੀਦੀਏ, CNG ਵਾਲੀ ਖਰੀਦੀਏ, ਹੈ ਨਾ, ਅਨਲੈਡਡ ਪੈਟਰੋਲ ਯੂਜ਼ ਕਰੀਏ। ਫਿਰ ਇੰਸਟਾਲਿੰਗ ਮੀਟਰਸ ਐਟ ਕੀ ਲੋਕੇਸ਼ਨਸ ਫॉर ਰੈਗੂਲਰ ਮੋਨੀਟਰਿੰਗ ਆਫ ਦੀ ਏਅਰ ਕੁਆਲਿਟੀ। ਇਹ ਗੌਰਮੈਂਟ ਦਾ ਕੰਮ ਹੈ। ਜਿਹੜੇ ਮੇਨ ਜਿੱਥੇ ਟ੍ਰੈਫਿਕ ਏਰੀਆ, ਚੌਂਕ ਹੈਗੇ ਨੇ, ਖਾਸ ਏਰੀਆਜ਼ ਨੇ, ਉੱਥੇ ਸਰਕਾਰ ਨੂੰ ਚਾਹੀਦਾ ਏਅਰ ਮੋਨੀਟਰਿੰਗ ਮੀਟਰਸ ਲਗਾਉਣੇ ਚਾਹੀਦੇ ਨੇ, ਜੋ ਕਿ ਹਵਾ ਦਾ ਲੈਵਲ ਵੀ ਕਿੰਨਾ ਪੋਲਿਊਸ਼ਨ ਹੈ ਉਹਨੂੰ ਮੋਨੀਟਰ ਕਰਨਗੇ, ਤੇ ਉਹ ਸਾਰਾ ਡਾਟਾ ਜਿਹੜਾ ਹੈ ਉਹ ਜਿਹੜੀਆਂ ਰਿਸਪੌਂਸੀਬਲ ਡਿਪਾਰਟਮੈਂਟਸ ਨੇ ਉਹਨਾਂ ਕੋਲ ਜਾਏਗਾ, ਤੇ ਉਹ ਸਟੱਡੀ ਕਰਨਗੇ ਕਿ ਪੋਲਿਊਸ਼ਨ ਦਾ ਲੈਵਲ ਜਾਂ ਜੋ ਸਿਸਟਮ ਹੈ ਘਟ ਰਿਹਾ ਹੈ ਜਾਂ ਵੱਧ ਰਿਹਾ ਹੈ, ਜਾਂ ਉਹਨੂੰ ਕੀ ਕਰਨਾ ਚਾਹੀਦਾ। ਠੀਕ ਹੈ। ਦੀ ਡਾਟਾ ਸੋ ਜਨਰੇਟਿਡ ਐਂਡ ਕਲੈਕਟਿਡ ਕੈਨ ਬੀ ਯੂਜ਼ ਟੂ ਕ੍ਰੀਏਟ ਅਵੇਅਰਨੈਸ ਅਮੰਗ ਦੀ ਸਿਟੀਜ਼ਨਸ। ਤੇ ਨਾ ਅਸੀਂ ਉਹ ਡਾਟਾ ਦੇ ਹਿਸਾਬ ਨਾਲ ਅਸੀਂ ਕੋਈ ਗੌਰਮੈਂਟ ਕੋਈ ਇਹ ਪ੍ਰੋਪੇਗੈਂਡਾ ਕਰ ਸਕਦੀ ਹੈ, ਸਿਟੀਜ਼ਨਸ ਨੂੰ ਐਜੂਕੇਟ ਕਰ ਸਕਦੀ ਹੈ। ਹੁਣ ਤੁਹਾਡੀ ਕਿਤਾਬ ਵਿੱਚ ਦੇਖੋ ਲੈਸਨ ਵੀ ਹੈਗਾ ਇਹਦੇ ਬਾਰੇ, ਤੁਸੀਂ ਵੀ ਜਾਗਰੂਕ, ਜਿਹੜੇ ਬੱਚੇ ਲੈਸਨ ਧਿਆਨ ਨਾਲ ਪੜ੍ਹਨਗੇ ਉਹ ਵੀ ਅਵੇਅਰ ਹੋਣਗੇ, ਤੇ ਜੋ ਵੱਡੇ ਹੋਣਗੇ ਤੇ ਫਿਰ ਇਹਨਾਂ ਗੱਲਾਂ ਤੇ ਅਮਲ ਕਰਨਗੇ। ਸੋ ਇਸ ਤਰ੍ਹਾਂ ਜਦ ਬਹੁਤ ਸਾਰੀ ਸੰਗਤ, ਬਹੁਤ ਸਾਰੇ ਜਿਹੜੇ ਆਪਣੇ ਲੋਕ ਨੇ ਵੱਡੀ ਗਿਣਤੀ ਵਿੱਚ ਜਦੋਂ ਅਵੇਅਰ ਹੋ ਜਾਣਗੇ, ਐਜੂਕੇਟਿਡ ਹੋ ਜਾਣਗੇ, ਤੇ ਉਹ ਵੀ ਇਹ ਬੜੇ ਕਦਮ ਚੁੱਕਣਗੇ, ਹੈ ਨਾ। ਸੋ ਇਸ ਕਰਕੇ ਅਵੇਅਰਨੈਸ ਵੀ ਬੜੀ ਜ਼ਰੂਰੀ ਹੈਗੀ ਹੈ। ਤੁਸੀਂ ਬੱਚਿਓ ਜਦੋਂ ਇਹ ਗੱਲਾਂ ਸਿੱਖੋਗੇ, ਵੀਡੀਓ ਦੇਖ ਕੇ, ਆਪਣੇ ਲੈਸਨ ਪੜ੍ਹ ਕੇ, ਤੇ ਇਹ ਗੱਲਾਂ ਆਪਣੇ ਵੱਡੇ ਭੈਣ ਭਰਾਵਾਂ ਦੇ ਨਾਲ, ਮੰਮੀ ਡੈਡੀ ਨਾਲ, ਉਹਨਾਂ ਨਾਲ ਵੀ ਸ਼ੇਅਰ ਕਰੋ। ਹੋ ਸਕਦਾ ਉਹਨਾਂ ਨੂੰ ਇਹ ਗੱਲਾਂ ਬਾਰੇ ਨਾ ਪਤਾ ਹੋਵੇ। ਠੀਕ ਹੈ। ਅਗਲੀ ਗੱਲ ਆ ਗਈ ਯੂਜ਼ਿੰਗ ਆਲਟਰਨੇਟਿਵ ਫਿਊਲਸ ਲਾਈਕ ਸੋਲਰ ਐਨਰਜੀ। ਅਸੀਂ ਬਿਜਲੀ ਘੱਟ ਯੂਜ਼ ਕਰੀਏ, ਕਿਉਂਕਿ ਬਿਜਲੀ ਦੇ ਬੱਚੇ ਪਾਵਰ ਪਲਾਂਟ ਤੋਂ ਬਣ ਕੇ ਆਏਗੀ, ਤੇ ਪਾਵਰ ਪਲਾਂਟ ਕੀ ਯੂਜ਼ ਕਰਦੇ ਨੇ, ਉਹ ਕੋਲਾ ਯੂਜ਼ ਕਰਦੇ ਨੇ। ਕੋਲਾ ਸਲਫਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ ਛੱਡਦਾ ਹੈ ਨਾ, ਤੇ ਸੂਟ ਪਾਰਟੀਕਲਸ ਵੀ ਛੱਡਦਾ ਹੈ। ਸੋ ਉਹ ਸਾਰਾ ਪੋਲਿਊਸ਼ਨ ਕਰਦਾ। ਸੋਲਰ ਐਨਰਜੀ ਇੱਕਦਮ ਫ੍ਰੀ ਵੀ ਹੈਗੀ ਹੈ, ਤੇ ਉਹ ਬਿਲਕੁਲ ਕਲੀਨ ਹੈਗੀ ਹੈ, ਉਹ 'ਚ ਕੋਈ ਗੈਸ ਨਹੀਂ ਨਿਕਲਦੀ। ਸੋਲਰ ਐਨਰਜੀ ਯੂਜ਼ ਕਰੋ। ਵਿੰਡ ਪਾਵਰ, ਹਾਈਡਰੋ ਪਾਵਰ ਇੰਸਟੈਡ ਆਫ ਦੀ ਫੋਸਿਲ ਫਿਊਲਸ। ਫੋਸਿਲ ਫਿਊਲਸ ਕਿਹੜੇ ਵਿੱਚ ਪੈਟਰੋਲ ਹੋ ਗਿਆ, ਡੀਜ਼ਲ ਹੋ ਗਿਆ, ਕੋਲਾ ਹੋ ਗਿਆ, ਇਹ ਫੋਸਿਲ ਫਿਊਲਸ ਹੈਗੇ ਨੇ ਫॉर ਆਵਰ ਐਨਰਜੀ ਰਿਕੁਆਇਰਮੈਂਟਸ। ਇਹ ਜਿਹੜੇ ਇਹ ਸਟੈਪ ਨੇ, ਇਹ ਤੇ ਸਰਕਾਰ ਨੇ ਲੈਣ ਵਾਲੇ ਨੇ। ਪਰ ਜੇ ਸਾਡੇ ਕੋਈ ਵੱਡਾ ਘਰ ਹੈ ਕਿਤੇ, ਅਸੀਂ ਪਿੰਡ ਵਿੱਚ ਜਾਂ ਕਿਤੇ ਘਰ ਬਣਾਉਂਦੇ ਹਾਂ, ਤੇ ਸਾਨੂੰ ਚਾਹੀਦਾ ਕਿ ਅਸੀਂ ਸੋਲਰ ਪਲਾਂਟ ਲਗਾ ਲਈਏ ਆਪਣੀ ਛੱਤ ਦੇ ਉੱਤੇ। ਉਹਨਾਂ ਸਾਡਾ ਬਿਜਲੀ ਦਾ ਖਰਚਾ ਵੀ ਬਚੇਗਾ, ਠੀਕ ਹੈ ਨਾ, ਤੇ ਪੋਲਿਊਸ਼ਨ ਵੀ ਠੀਕ ਹੋਏਗਾ। ਪਲਾਂਟਿੰਗ ਮੋਰ ਟਰੀਜ਼ ਐਂਡ ਨਰਚਰਿੰਗ ਐਂਡ ਪ੍ਰੋਟੈਕਟਿੰਗ ਦੀ ਐਗਜ਼ਿਸਟਿੰਗ ਵਨਸ। ਜਿਹੜੇ ਬੂਟੇ ਲੱਗੇ ਹੋਏ ਨੇ ਉਹਨਾਂ ਦੀ ਸੇਵਾ ਸੰਭਾਲ ਕਰੀਏ, ਉਹਨਾਂ ਨੂੰ ਵੱਡਾ ਕਰੀਏ, ਉਹਨਾਂ ਨੂੰ ਬਚਾ ਕੇ ਰੱਖੀਏ, ਤੇ ਨਵੇਂ ਹੋਰ ਬੂਟੇ ਲਾਈਏ। ਜੇ ਸਾਡੇ ਕੋਲ ਘਰ ਵੱਡਾ ਹੈ ਤੇ ਘਰਾਂ ਵਿੱਚ ਸਾਰਾ ਸੰਗਮਰਮਰ ਨਾ ਲਾਈਏ, ਨਾਲ ਅਸੀਂ ਕੰਧਾਂ ਦੇ ਨਾਲ ਬੂਟੇ ਵੀ ਲਾਈਏ। ਖੇਤਾਂ ਦੇ ਵਿੱਚ ਇਕੱਲਾ ਝੋਨਾ ਤੇ ਕਣਕ ਨਾ ਲਾਈਏ, ਕਿੱਕਰ, ਪਿੱਪਲ, ਬੋੜ ਤੇ ਇਹ ਜਿਹੜੀਆਂ ਜਾਮਣ, ਇਹ ਜਿਹੜੇ ਬੂਟੇ ਹੈਗੇ ਨੇ ਸਾਡੇ ਪੰਜਾਬ ਦੇ ਨੇਟਿਵ ਪਲਾਂਟਸ ਹੈਗੇ ਨੇ,
ਸਾਨੂੰ ਪਲਾਂਟਸ ਵੀ, ਬੂਟੇ ਵੀ, ਰੁੱਖ ਵੀ ਲਗਾਉਣੇ ਚਾਹੀਦੇ ਨੇ। ਕੱਲਾ ਸਾਨੂੰ ਝੋਨਾ ਤੇ ਕਣਕ ਬੀਜ ਕੇ ਉਹ ਪੈਸੇ ਕਮਾਉਣ ਬਾਰੇ ਹੀ ਨਹੀਂ ਸੋਚਣਾ ਚਾਹੀਦਾ, ਠੀਕ ਹੈ। ਫਿਰ ਯੂਜ਼ਿੰਗ ਲੀਵਸ ਫॉर ਪ੍ਰੀਪੇਅਰਿੰਗ ਕੰਪੋਸਟ ਇੰਸਟੈਡ ਆਫ ਬਰਨਿੰਗ them, ਜਿਹੜਾ ਇਹ ਪੱਤੀਆਂ ਡਿੱਗਦੀਆਂ ਨੇ ਸੁੱਕ ਕੇ, ਉਹਨਾਂ ਦੀ ਸਾਨੂੰ ਪੂਰਾ ਢੇਰ ਬਣਾ ਸਕਦੇ ਹਾਂ। ਉਹਨਾਂ ਨੂੰ ਸਾੜੀਏ ਨਾ, ਸਾੜਨ ਦੇ ਨਾਲ ਹੀ ਪੋਲਿਊਸ਼ਨ ਹੁੰਦਾ ਹੈ, ਠੀਕ ਹੈ। ਤੇ ਉਹ ਤੇ ਬੜੀ ਵਧੀਆ ਖਾਦ ਹੈਗੀ ਹੈ, ਕੁਦਰਤੀ ਖਾਦ ਹੈਗੀ ਹੈ। ਸੋ ਉਹਦਾ ਕੰਪੋਸਟ ਸਾਨੂੰ ਬਣਾਉਣਾ ਚਾਹੀਦਾ ਜਿਹੜੀ ਪੱਤੀਆਂ ਡਿੱਗਦੀਆਂ ਨੇ। ਯੂਜ਼ਿੰਗ ਪਬਲਿਕ ਟਰਾਂਸਪੋਰਟ ਐਜ਼ ਮਚ ਐਜ਼ ਪੋਸੀਬਲ, ਜੇ ਸਾਡੇ ਕੋਲ ਸਾਧਨ ਹੈ ਤੇ ਕਾਰ ਦਾ ਜੇ ਸਾਨੂੰ ਲੋੜ ਨਹੀਂ ਹੈਗੀ ਤੇ ਸਾਨੂੰ ਕਾਰ ਨਹੀਂ ਖਰੀਦਣੀ ਚਾਹੀਦੀ, ਠੀਕ ਹੈ। ਸਾਨੂੰ ਬੱਸ ਰਾਹੀਂ, ਟ੍ਰੇਨ ਰਾਹੀਂ, ਮੈਟਰੋ ਰਾਹੀਂ ਜਾਂ ਹੋਰ ਟੈਕਸੀ ਕਾਰ ਕਰਕੇ, ਜੇ ਅਸੀਂ ਆਮ ਕਿਤੇ ਨਹੀਂ ਜਾਂਦੇ, ਮਤਲਬ ਕਿ ਕਈ ਬੰਦੇ ਮੈਂ ਦੇਖਦਾ ਕਿ ਉਹਨੇ ਕਦੀ ਮਹੀਨੇ 'ਚ 2-3 ਵਾਰੀ ਕਿਤੇ ਜਾਣਾ ਹੁੰਦਾ ਹੈ, ਉਹ ਫਿਰ ਵੀ ਕਾਰ ਰੱਖੀ ਰੱਖਦੇ ਨੇ। ਇੰਸ਼ੋਰੈਂਸ ਦੇ ਪੈਸੇ ਵੀ ਜਾਂਦੇ ਨੇ, ਕਾਰ ਦੀ ਸਰਵਿਸਿੰਗ ਦੇ ਵੀ ਖਰਾਬ ਜਾਂਦੇ ਨੇ, ਤੇ ਕਾਰ ਨੂੰ ਸਾਫ਼ ਵੀ ਕਰਨਾ ਪੈਂਦਾ ਹੈ। ਤੇ ਜੇ ਮਹੀਨੇ 'ਚ ਬੰਦੇ ਨੇ 3-4 ਵਾਰੀ ਕਿਤੇ ਬਾਹਰ ਜਾਣਾ ਹੈ ਤੇ ਬੰਦਾ ਆਟੋ ਕਰਕੇ ਜਾ ਸਕਦਾ ਹੈ, ਟੈਕਸੀ ਕਰਕੇ ਜਾ ਸਕਦਾ ਹੈ, ਬੱਸ ਨਾਲ ਜਾ ਸਕਦਾ ਹੈ, ਹੈ ਨਾ। ਬੜੇ ਵਧੀਆ, ਇਹਨਾਂ ਪੈਸੇ ਦੀ ਬਚਤ ਵੀ ਹੁੰਦੀ ਹੈ ਤੇ ਆਪਣਾ ਮਤਲਬ ਕਿ ਪੈਸੇ ਵੀ ਕਿੰਨੇ ਸਾਰੇ ਬਚਦੇ ਨੇ। ਸਾਨੂੰ ਕਾਰ ਦੀ ਇੰਸ਼ੋਰੈਂਸ ਦੇਣ ਦੀ ਲੋੜ ਨਹੀਂ ਹੈਗੀ, ਜਿਹੜੀ ਇੰਨੀ ਮਹਿੰਗੀ ਕਾਰ ਲਈ ਹੁੰਦੀ ਉਹਦੀ ਪੀ ਰਹਿੰਦੀ ਹੈ। ਸੋ ਇਹ ਜਿਹੜੀਆਂ ਸਿਆਣੇ ਜਿਹੜੇ ਇੱਕ ਆਪਣੇ ਸੂਝ-ਬੂਝ ਵਾਲੇ ਜਿਹੜੇ ਕਦਮ ਨੇ ਅਸੀਂ ਚੁੱਕ ਸਕਦੇ ਹਾਂ। ਅਗਲੀ ਗੱਲ ਆ ਗਈ ਬੱਚਿਓ, ਯੂਜ਼ਿੰਗ ਹੈਲਦੀ ਐਂਡ ਇਕਨੋਮਿਕਲ ਆਪਸ਼ਨਸ, ਜਿਹੜੇ ਸਸਤੇ ਤੇ ਸਿਹਤਮੰਦ ਜਿਹੜੀ ਹੈ ਚੋਣ ਸਾਨੂੰ ਕਰਨੀ ਚਾਹੀਦੀ ਹੈ। ਸਾਈਕਲ ਫॉर ਸ਼ਾਰਟ ਡਿਸਟੈਂਸਿਸ, ਮੰਨ ਲਓ ਮੈਂ 3-4 ਕਿਲੋਮੀਟਰ ਤੱਕ ਜਾਣਾ ਹੈ ਤੇ ਮੈਂ ਸਾਈਕਲ ਲੈ ਜਾਵਾਂ, ਮੇਰੀ ਵਰਜਿਸ਼ ਵੀ ਹੋ ਗਈ ਤੇ ਮੇਰੇ ਪੈਟਰੋਲ ਦੇ ਪੈਸੇ ਵੀ ਬਚ ਗਏ। ਮਤਲਬ ਨਾਲੇ ਪੁੰਨ ਨਾਲੇ ਫਲੀਆਂ, ਮਤਲਬ ਕਿ ਸਾਈਕਲਿੰਗ ਕਰਕੇ ਸਿਹਤ ਵੀ ਹੋ ਗਈ ਵਧੀਆ, ਪੋਲਿਊਸ਼ਨ ਵੀ ਹੋ ਗਿਆ, ਸਰਬਤ ਦਾ ਭਲਾ ਵੀ ਹੋ ਗਿਆ, ਤੇ ਨਾਲੇ ਮੇਰਾ ਪੈਟਰੋਲ ਬਚ ਗਿਆ ਔਰ ਪੈਸੇ ਵੀ ਬਚ ਗਏ। ਸੋ ਇਹਨੂੰ ਇਹ ਹੈਲਦੀ, ਸਿਹਤਮੰਦ ਐਂਡ ਇਕਨੋਮਿਕਲ ਮੈਨੇ ਪੈਸਾ ਬਚਾਉਣ ਵਾਲਾ ਤਰੀਕਾ ਵੀ ਸਾਈਕਲ ਜਿਹੜੀ ਹੈ, ਪੈਦਲ ਜਾਣਾ, ਜਿੱਦਾਂ ਇਹ 2-3 ਕਿਲੋਮੀਟਰ ਤੱਕ ਪੈਦਲ ਚਲੇ ਗਏ, ਜੇ 5-6 ਕਿਲੋਮੀਟਰ ਤੱਕ ਸਾਈਕਲ ਤੇ ਚਲੇ ਗਏ, ਜੇ ਜ਼ਿਆਦਾ ਦੂਰ ਜਾਣਾ ਫਿਰ ਸਕੂਟਰ ਵਰਤ ਲਿਆ, ਇਨ ਪ੍ਰੈਫਰੈਂਸ ਟੂ ਆਟੋਮੋਬਾਈਲਸ। ਸੋ ਸਾਨੂੰ ਇਹ ਆਦਤ ਵੀ ਪਾਉਣੀ ਚਾਹੀਦੀ ਬੱਚਿਓ। ਸੋ ਆਪਟੀਮਾਈਜ਼ਿੰਗ ਦੀ ਯੂਜ਼ ਆਫ ਇਲੈਕਟ੍ਰੀਕਲ ਅਪਲਾਇੰਸਿਸ ਐਂਡ ਗੈਜਟਸ, ਤੇ ਘਰਾਂ ਵਿੱਚ ਜਿਹੜੇ ਉਹਨੇ ਏਸੀ ਦੇ ਉੱਤੇ ਬਹੁਤ ਟੇਕ ਨਾਲ ਰੱਖੀਏ। ਜਦੋਂ ਬਹੁਤ ਜ਼ਿਆਦਾ ਗਰਮੀ ਹੋ ਜਾਏ ਵੀ ਰਾਤ ਸੌ ਨਹੀਂ ਸਕਦੇ, ਤਾਂ ਸਾਨੂੰ ਏਸੀ ਚਲਾਉਣਾ ਚਾਹੀਦਾ ਹੈ। ਔਰ ਏਸੀ ਵੀ ਇਹ ਨਹੀਂ ਕਿ 23-24 ਡਿਗਰੀ ਤੇ 21 ਡਿਗਰੀ ਤੇ ਚਲਾ ਲੈਣਾ ਚਾਹੀਦਾ, ਸਾਨੂੰ ਏਸੀ ਚਲਾਉਣਾ ਚਾਹੀਦਾ 28-29 ਡਿਗਰੀ ਤੇ ਨਾਲ ਹੌਲੀ ਜਿਹਾ ਪੱਖਾ ਚਲਾ ਲਓ, ਉਹਨਾਂ ਬੜੀ ਵਧੀਆ ਨੀਂਦ ਆ ਜਾਂਦੀ ਹੈ। ਸੋ ਏਸੀ ਘਰਾਂ 'ਚ ਕੀ ਬੰਦੇ 18 ਡਿਗਰੀ ਤੇ 21 ਡਿਗਰੀ ਤੇ 22 ਡਿਗਰੀ ਤੇ, ਇਹਨਾਂ ਬਿਜਲੀ ਵੀ ਫੂਕਦੀ ਹੈ, ਪੋਲਿਊਸ਼ਨ ਵੀ ਹੁੰਦਾ ਹੈ ਤੇ ਸਿਹਤ ਦਾ ਵੀ ਸੱਤਿਆਨਾਸ਼ ਹੁੰਦਾ ਹੈ। ਸੋ ਕਦੀ ਵੀ ਇਹ ਏਸੀ ਹੈ ਬੱਚਿਓ 27-28 ਡਿਗਰੀ ਤੋਂ ਥੱਲੇ ਤੇ ਕਦੀ ਵੀ ਨਹੀਂ ਜਾਣਾ ਚਾਹੀਦਾ। ਮੈਂ ਜਦ ਕਦੀ ਏਸੀ ਚਲਾਉਣਾ, ਜਦੋਂ ਅੱਤ ਦੀ ਗਰਮੀ ਹੁੰਦੀ ਹੈ ਤੇ ਮੈਂ 30 ਡਿਗਰੀ ਤੇ ਚਲਾਉਣਾ, 30 ਡਿਗਰੀ ਤੇ ਨਾਲ ਪੱਖਾ ਚਲਾ ਲੈਂਦਾ ਤੇ ਬੜੀ ਵਧੀਆ ਨੀਂਦ ਆ ਜਾਂਦੀ ਹੈ, ਕੋਈ ਤੰਗੀ ਨਹੀਂ। ਤੇ ਹੋਰ ਮੈਂ ਏਸੀ ਦਿਨ ਵੇਲੇ ਕਦੀ ਨਹੀਂ ਵਰਤਦਾ, ਰਾਤੀ ਸੌਣ ਲੱਗੇ ਸਾਲ ਦੇ ਵਿੱਚ ਸ਼ਾਇਦ ਮੇਰਾ 30-40 ਦਿਨ ਜਿਹੜਾ ਹੈ ਏਸੀ ਵਰਤਿਆ ਜਾਂਦਾ ਹੈ ਸਿਰਫ, ਉਸ ਤੋਂ ਜ਼ਿਆਦਾ ਨਹੀਂ। ਤੇ ਬਾਕੀ ਵੀ ਜਿੱਦਾਂ ਬਿਜਲੀ ਹੈ, ਇਹ ਨਹੀਂ ਕਿ ਪੱਖਾ ਚੱਲਦਾ ਛੱਡ ਦਿਓ, ਬੱਤੀਆਂ ਜਗਦੀਆਂ ਛੱਡ ਦਿਓ। ਸੋ ਸਾਨੂੰ ਇਸ ਗੱਲ ਦੇ ਬਾਰੇ ਵੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਕਿ ਜਦੋਂ ਅਸੀਂ ਬੱਤੀ ਨਹੀਂ ਲੋੜ ਹੈਗੀ ਸਵਿੱਚ ਬੰਦ ਕਰ ਦਈਏ, ਪੱਖੇ ਦੀ ਲੋੜ ਨਹੀਂ ਹੈਗੀ ਪੱਖਾ ਬੰਦ ਕਰ ਦਈਏ, ਸਾਡੇ ਪੈਸੇ ਵੀ ਬਚਦੇ ਨੇ ਤੇ ਇਹਦੇ ਨਾਲ ਪੋਲਿਊਸ਼ਨ ਵੀ ਘਟਦਾ ਹੈ। ਤੇ ਇਸ ਤਰ੍ਹਾਂ ਸਮਝੋ ਕਿ ਜ਼ਿੰਮੇਵਾਰ ਸ਼ਹਿਰੀ ਹੋਣ ਦੀ ਵੀ ਆਦਤ ਬਣਦੀ ਹੈ। ਤੇ ਅੰਤ ਵਿੱਚ ਬੱਚਿਓ, ਸੇਇੰਗ ਨੋ ਟੂ ਕਰੈਕਰਸ, ਕਰੈਕਰ ਹੁੰਦੇ ਬੱਚੇ, ਇੱਥੇ ਫਾਇਰ ਕਰੈਕਰ ਲਿਖਣਾ ਸੀਗਾ, ਭੁੱਲ ਗਿਆ। ਫਾਇਰ ਕਰੈਕਰਸ, ਕਰੈਕਰ ਨੇ ਪਟਾਕੇ, ਚਾਹੇ ਬੱਚੋ ਗੁਰਪੁਰਬ ਦਾ ਬਹਾਨਾ ਹੋਵੇ, ਚਾਹੇ ਜਨਮ ਦਿਨ ਦਾ ਬਹਾਨਾ ਹੋਵੇ, ਚਾਹੇ ਵਿਆਹ ਦਾ ਬਹਾਨਾ ਹੋਵੇ, ਚਾਹੇ ਦੀਵਾਲੀ ਦਾ ਬਹਾਨਾ ਹੋਵੇ, ਕਦੀ ਵੀ ਕਿਸੇ ਤਿਉਹਾਰ ਤੇ, ਕਿਸੇ ਵੀ ਮੌਕੇ ਤੇ ਜ਼ਿੰਦਗੀ 'ਚ ਇਹ ਸਹੁੰ ਖਾ ਲੈਣੀ ਹੈ। ਇਹ ਦੇਖੋ NO ਵੱਡਾ ਕਰਕੇ ਲਿਖਤਾ ਹੈ, ਸੇਇੰਗ ਨੋ ਟੂ ਕਰੈਕਰਸ, ਕਿ ਮੈਂ ਕਦੀ ਵੀ ਪਟਾਕੇ ਨਹੀਂ ਚਲਾਉਣੇ। ਬਸ ਪਟਾਕੇ ਚਲਾਉਣਾ ਬੜਾ ਵੱਡਾ ਗੁਨਾਹ ਹੈ ਬੱਚਿਓ, ਇਹ ਆਂਢ ਗੁਆਂਢ ਨੂੰ ਵੀ ਪਰੇਸ਼ਾਨ ਕਰਦਾ ਹੈ, ਕਾਨੂੰਨ ਦੀ ਉਲੰਘਣਾ ਵੀ ਹੈਗੀ ਹੈ ਤੇ ਹਵਾ ਗੰਦੀ ਹੁੰਦੀ ਹੈ। ਪਟਾਕਿਆਂ ਵਿੱਚ ਬੜੇ ਹੀ ਬੱਚਿਓ ਜ਼ਹਿਰੀਲੇ ਕੈਮੀਕਲ ਵਰਤੇ ਜਾਂਦੇ ਨੇ, ਜਦੋਂ ਅੱਗ ਬਲਦੀ ਹੈ ਤੇ ਬੜੀ ਹੀ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਨੇ। ਕਦੀ ਕਿਸੇ ਡਾਕਟਰ ਨੂੰ ਜਾ ਕੇ ਪੁੱਛੋ, ਦੀਵਾਲੀ ਤੋਂ ਅਗਲੇ ਕੁਝ ਦਿਨਾਂ ਤੱਕ ਸਾਹ ਵਾਲੇ ਡਾਕਟਰਾਂ ਕੋਲ ਮਰੀਜ਼ਾਂ ਦੀਆਂ ਲਾਈਨਾਂ ਲੱਗ ਜਾਂਦੀਆਂ, ਬਜ਼ੁਰਗਾਂ ਦੀਆਂ ਤੇ ਬੱਚੇ ਦੀਆਂ, ਤੇ ਕਿੰਨੀਆਂ ਮੌਤਾਂ ਵੀ ਹੋ ਜਾਂਦੀਆਂ। ਸੋ ਅਸੀਂ ਸਾਰੇ ਇਹ ਪਾਪ ਦੇ ਭਾਗੀ ਬਣਦੇ ਹਾਂ ਜਦੋਂ ਅਸੀਂ ਪਟਾਕੇ ਚਲਾਉਂਦੇ ਹਾਂ। ਸੋ ਇਹ ਤੇ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵਰਗੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਜਿਹੜੇ ਗੁਰਦੁਆਰੇ ਚਲਾਉਂਦੀਆਂ, ਉਹ ਵੀ ਕਈ ਵਾਰ ਮੂਰਖਾਂ ਵਾਲੇ ਕੰਮ ਕਰਦੇ ਨੇ। ਹੋਣਾ ਤਾਂ ਇਹ ਚਾਹੀਦਾ ਕਿ ਉਹ ਸਿਆਣੇ ਬੰਦੇ ਹੋਣ, ਪੜ੍ਹੇ ਲਿਖੇ, ਵੱਡੇ ਵੱਡੇ, ਨੀਲੀਆਂ ਪੱਗਾਂ ਤੇ ਚਿੱਟੇ ਕੁੜਤੇ ਪਜਾਮੇ ਪਾਏ ਹੋਏ ਨੇ ਤੇ ਅਕਲ ਤੋਂ ਬਿਲਕੁਲ ਸੱਖਣੇ ਹੈਗੇ ਨੇ, ਦੇਖ ਲਓ, ਹੈ ਨਾ। SGPC ਵਾਲੇ ਵੀ ਪਟਾਕੇ ਚਲਾਉਂਦੇ ਨੇ, ਹਵਾਈਆਂ ਚਲਾਉਂਦੇ ਨੇ। ਸੋ ਸਾਨੂੰ ਜਦ ਆਮ ਜਿਹੜੇ ਲੋਕ ਨੇ, ਜਦ ਲੋਕ ਜਾਗਰੂਕ ਹੋਣਗੇ ਤਦ ਸਰਕਾਰਾਂ ਤੇ ਇਹ ਕਮੇਟੀਆਂ ਵੀ ਜਿਹੜੀਆਂ ਆਪਣੇ ਆਪ ਸੁਧਰ ਜਾਣਗੀਆਂ। ਸੋ ਸਾਨੂੰ ਇਹ ਜਿਹੜੇ ਬੱਚੇ ਨੇ, ਸਾਨੂੰ ਜਾ ਕੇ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਅਸੀਂ ਇਹ ਗੁਰਦੁਆਰਿਆਂ ਵਿੱਚ ਇਹ ਪਟਾਕੇ ਨਹੀਂ ਚਲਾਉਣੇ ਤੇ ਹਵਾਈਆਂ ਨਹੀਂ ਚਲਾਉਣੀਆਂ। ਉਹਨੂੰ ਕਹਿਣਾ ਚਾਹੀਦਾ, ਸਾਨੂੰ ਚਿੱਠੀਆਂ ਲਿਖਣੀਆਂ ਚਾਹੀਦੀਆਂ ਉਹਨਾਂ ਨੂੰ। ਪਰ ਸਭ ਤੋਂ ਪਹਿਲੇ ਇਹ ਕੰਮ ਸਾਨੂੰ ਆਪ ਕਰਨਾ ਰੋਕਣਾ ਚਾਹੀਦਾ। ਬੱਚੇ ਦੇਖੋ, ਮੈਂ
जब मैं छोटा सी मैनूं पता नहीं सीगा, पर मैनूं मैं लगता है बहुत साल पहले, करीब 30 साल पहले, 40 साल पहले मैनूं पता लग्या सी पटाके नहीं चलाने चाहिए। मैं उस तो बाद कभी पटाके नहीं चलाए। स्कूल शायद 6वीं 7वीं तक चलाए उन्होंने, 8वीं तक, पर उदों मैनूं कोई पढ़न का शौक सीगा ते मैनूं पहले ही पता लग गया सीगा कि इन्ना वातावरण दूषित हुंदा है, ते उस तो बाद मैं कभी भी पटाके नहीं चलाए। ना होली के उत्ते रंग किसी नूं पाया ते ना कभी जिंदगी च पटाके चलाए, क्योंकि होली के रंग जिहड़े ने वो भी सारे बड़े जहरीले कैमिकलों तो बने हुंदे ने। सो यह जिहड़ियां चीज़ां ने बच्चों, एक दूजे ते गंदे रंग पाने ते पटाके चलाने, इस बिरती तो भी सानूं बचना चाहिए। साडे पैसे भी बचणगे, साडी सेहत भी ठीक रहेगी, ते असी इस धरती जिहदे बारे गुरु साहब ने कहा पवन गुरु पानी पिता, ਇਹਦੀ भी संभाल करन दा जिहड़ा है साडा कंट्रीब्यूशन जिहड़ा है साडा योगदान ਇਹਦੇ ਵਿੱਚ हाँ पक्खी पएगा, पॉजिटिव कंट्रीब्यूशन पएगा। सो प्यारे विद्यार्थियों, ਇਹ पार्ट 1 ਇੱਥੇ समाप्त ਹੁੰਦਾ है। सो अगले पार्ट तक ਲਈ गुड बाय। ਛੇਤੀ ਹੀ ਉਹ ਵਾਲਾ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਤੁਸੀਂ ਇਸੇ ਤਰ੍ਹਾਂ ਡਟ ਕੇ ਮਿਹਨਤ ਦੇ ਨਾਲ, ਰੈਗੂਲੈਰਿਟੀ ਦੇ ਨਾਲ, ਸਮਰਪਣ ਦੇ ਨਾਲ, ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰਦੇ ਰਹੋ ਅਤੇ ਅੱਗੇ ਵਧਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। थैंक यू वेरी मच। रब राखा।